ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ WhatsApp ਦੇ ਸਾਰਾ ਮੈਸੇਜ ਪਾਇਆ ਹੈ ਬਈ ਧਿਆਨ ਸਿਮਰਨ ਜਿਹੜਾ ਹੈਗਾ ਇਹ ਪ੍ਰੈਕਟੀਕਲ ਜਿਹੜਾ ਹੈਗਾ ਇਹ ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ ਉਹ ਉਹਨਾਂ ਦੀ ਗਾਈਡੈਂਸ ਦੇ ਵਿੱਚ ਉਹ ਆਪ ਕਰਵਾਉਣਗੇ। ਦਾਸ ਤਾਂ ਸਿਰਫ ਜਿਹੜਾ ਹੈ ਨਾ ਇੱਕ ਜਿਸ ਤਰ੍ਹਾਂ ਜਿਹੜੇ ਹੈਗੇ ਨਾ ਮੈਡੀਕਲ ਸਟੂਡੈਂਟ ਹੁੰਦੇ ਆ ਜਿਹੜੇ ਉਹਨਾਂ ਨੇ ਪ੍ਰੈਕਟੀਕਲ ਕਰਨਾ ਹੁੰਦਾ ਹੈ, ਉਹ ਜਿਹੜੇ ਹੈਗੇ ਡਮੀ ਜਿਹੜੇ ਹੁੰਦੇ ਆ ਜਾਂ ਮੁਰਦੇ ਹੁੰਦੇ ਆ ਜਿਹੜੇ ਮੁਰਦੇ ਦੇ ਉੱਤੇ ਪ੍ਰੈਕਟੀਕਲ ਕਰਦੇ ਆ, ਉਵੇਂ ਦਾ ਸਮਝ ਲੈਣਾ ਜੀ ਪਲੀਜ਼। ਪ੍ਰੈਕਟੀਕਲ ਆਪਾਂ ਨੇ ਆਪ ਕਰਨਾ ਹੈ, ਪ੍ਰੈਕਟੀਕਲ ਆਪਾਂ ਨੇ ਆਪ ਕਰਨਾ ਹੈ ਔਰ ਕਰਵਾਉਣਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਨੇ। ਬਸ ਆਹੀ ਅਸੀਂ ਮੈਸੇਜ ਦਿੱਤਾ ਸੀਗਾ। ਅਸੀਂ ਆਪਣੇ ਮੈਸੇਜ ਦੇ ਉੱਤੇ ਸਟਿਕ ਹੈਗੇ ਹਾਂ। ਬਹੁਤ ਜਿਹੜਾ ਹੈਗਾ ਜਿਹੜਾ ਇੱਧਰ ਹਰੇਕ ਜਿਹੜਾ ਹੈਗਾ ਆਪਣੇ ਹਿਸਾਬ ਦੇ ਨਾਲ ਜਿਹੜਾ ਹੈਗਾ ਇਸ ਦੇ ਉੱਤੇ ਜਿਹੜੇ ਹੈਗੇ ਆ ਗਿਆਨ ਦਿੰਦੇ ਆ ਸੰਗਤ ਦੇ ਵਾਸਤੇ, ਸੰਗਤ ਨੂੰ ਜਿਹੜਾ ਹੈਗਾ ਫਾਇਦੇ ਦੇ ਵਾਸਤੇ। ਅਤੇ ਆਪਾਂ ਜਿਹੜੇ ਹੈਗੇ ਬਹੁਤ ਵਧੀਆ ਹੈਗਾ ਜਿਹੜੇ ਵੀ ਉਪਰਾਲਾ ਕਰਦੇ ਆ ਬਹੁਤ ਵਧੀਆ ਹੈਗਾ। ਪਰ ਆਪਾਂ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਜੀ ਤੋਂ, ਉਹਨਾਂ ਦੀ ਛਤਰ ਛਾਇਆ ਤੋਂ, ਉਹਨਾਂ ਦੇ ਕੋਲੋਂ ਜਿਹੜਾ ਹੈਗਾ ਇਹ ਪ੍ਰੈਕਟੀਕਲ ਜਿਹੜਾ ਹੈਗਾ ਆਪਾਂ ਸਿੱਖੀਏ। ਇਹੀ ਜਿਹੜਾ ਹੈਗਾ ਅੱਜ ਦਾ ਜਿਹੜਾ ਹੈਗਾ ਇਹ ਜਿਹੜਾ ਹੈਗਾ ਅੱਜ ਦਾ ਜਿਹੜਾ ਆਪਣੀ ਗੁਰਬਾਣੀ ਵਿਚਾਰ ਆ ਇਹਦਾ ਮਕਸਦ ਹੈਗਾ। ਔਰ ਇਹ ਕਿੰਨਾ ਕੁ ਸਫਲ ਹੈਗਾ ਉਹਦੇ ਵਾਸਤੇ ਜਿਹੜਾ ਹੈਗਾ ਸੰਗਤ ਨੂੰ ਆਪ ਜਿਹੜਾ ਹੈਗਾ ਜਿਹੜੇ ਪ੍ਰੈਕਟੀਕਲ ਕਰਨਗੇ ਉਹਨਾਂ ਨੂੰ ਪਤਾ ਲੱਗ ਜਾਏਗਾ। ਸਭ ਤੋਂ ਪਹਿਲਾਂ ਜਿਹੜਾ ਹੈਗਾ ਔਰ ਆਪਾਂ ਜਿਹੜੇ ਹੈਗੇ ਐਕਚੁਅਲੀ ਜਿਹੜਾ ਸ਼ਬਦ ਆਪਾਂ ਨੇ ਲੈਣਾ ਹੈਗਾ, ਕਿਉਂਕਿ ਇਹ ਜਿਹੜੀ ਹੈਗੀ ਇਹ ਸੀਰੀਅਲ ਵਾਈਜ਼ ਆਪਾਂ ਜਿਹੜੇ ਹੈਗੇ ਅਪਡੇਟ ਕਰਦੇ ਹਾਂ ਅਤੇ ਉੱਥੇ ਜਿਹੜਾ ਹੈਗਾ ਉਹ ਸ਼ਬਦ ਹੈਗਾ ਸੇਵਕ ਸੇਵ ਕਰੈਂ ਸਭ ਤੇਰੀ ਜਿਨ ਸ਼ਬਦ ਹੈ ਸਾਧ ਆਇਆ। ਇਹ ਹੈਗਾ ਅੱਜ ਜਿਹੜਾ ਇਸ ਜਿਹੜਾ ਹੈਗਾ ਜਗ੍ਹਾ ਦੇ ਉੱਤੇ ਇਸ ਸ਼ਬਦ ਦੇ ਨਾਲ ਇਹ ਸੀਰੀਅਲ ਵਾਈਜ਼ 599 ਅੰਗ ਦੇ ਉੱਤੇ ਇਹ ਜਿਹੜਾ ਹੈਗਾ ਇਹ 599 ਅੰਗ ਦੇ ਉੱਤੇ ਜਿਹੜਾ ਹੈਗਾ ਉਸ ਜਗ੍ਹਾ ਦੇ ਉੱਤੇ ਜਿਹੜੀ ਹੈਗੀ ਆ ਇਹ ਰਿਕਾਰਡਿੰਗ ਜਾਏਗੀ। ਹੁਣ ਸਟਾਰਟ ਅਸੀਂ ਕਰ ਰਹੇ ਹਾਂ ਇਹ ਅੰਗ ਜਿਹੜੇ ਹੈਗੇ 1179 1179 ਤੋਂ ਸ਼ੁਰੂ ਕਰ ਰਹੇ ਹਾਂ ਗਿਆਨ। ਪਲੀਜ਼ ਬਾਣੀ ਜਿਹੜੀ ਹੈਗੀ ਸਾਹਮਣੇ ਰੱਖੋ। ਗੁਰੂ ਗ੍ਰੰਥ ਸਾਹਿਬ ਆਪਣੇ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਆਪਣੇ ਗੁਰੂ ਹੈਗੇ, ਇਹਨਾਂ ਨੇ ਗਿਆਨ ਦੇਣਾ ਹੈ। ਗਿਆਨ ਹੈ ਉਹਨਾਂ ਦੇ ਮੁਖ ਤੋਂ, ਉਹਨਾਂ ਦੇ ਕੋਲੋਂ ਗਿਆਨ ਹੈ। ਇਹਦੇ ਹਿਸਾਬ ਦੇ ਨਾਲ ਆਪਾਂ ਨੇ ਪ੍ਰੈਕਟੀਕਲ ਕਰਨਾ ਹੈ। ਕਿਤੇ ਕੋਈ ਚੀਜ਼ ਜਿਹੜੀ ਹੈਗੀ ਆਪਾਂ ਨੂੰ ਕੋਈ ਮਿਸ ਨਾ ਹੋ ਜਾਏ, ਕੋਈ ਜਿਹੜਾ ਹੈਗਾ ਇਹਨਾਂ ਦੀ ਐਡਵਾਈਸ। ਬਸੰਤ ਹਿੰਡੋਲ ਮਹੱਲਾ ਚੌਥਾ। ਆਵਣ ਜਾਣ ਪਾਇਆ ਦੁੱਖ ਵਿਖਿਆ, ਦੇਹ ਮਨਮੁਖ ਸੂੰਜੀ ਸੁੰਝ। ਚੌਥੀ ਪਾਤਸ਼ਾਹੀ ਹਿੰਡੋਲ ਰਾਗ ਦੇ ਵਿੱਚ ਬਸੰਤ ਰਾਗ ਦੇ ਵਿੱਚ ਕਹਿ ਰਹੇ। ਬਸੰਤ ਰਾਗ ਹੁੰਦਾ ਹੈ ਜਦ ਖੁਸ਼ੀ ਦਾ ਖੇੜੇ ਦਾ ਰਾਗ ਹੈ। ਇਹ ਖੁਸ਼ੀ ਖੇੜਾ ਆਉਣਾ ਆ ਇਸ ਪ੍ਰੈਕਟੀਕਲ ਦੇ ਨਾਲ ਹੀ ਆਉਣਾ ਹੈ। ਖੁਸ਼ੀ ਖੇੜਾ ਇਹ ਪ੍ਰੈਕਟੀਕਲ ਕਰਾਂਗੇ। ਇਹੀ ਹੈਗਾ ਸਪਿਰਿਚੁਅਲ ਜਿਹੜਾ ਹੈਗਾ ਇਹੀ ਪਰਮਾਤਮਾ ਦਾ ਜਿਹੜਾ ਹੈਗਾ। ਇਸ ਵਾਸਤੇ ਪਰਮਾਤਮਾ ਨੇ ਸ੍ਰਿਸ਼ਟੀ ਜਿਹੜੀ ਹੈਗੀ ਬਣਾਈ ਹੈਗੀ। ਇਸ ਵਾਸਤੇ ਜਿਹੜਾ ਹੈਗਾ ਇਹ ਖੇਡ ਪਾਈ ਹੈ, ਇਹ ਭੂਲ ਭੁਲਈਆ ਪਾਇਆ ਹੈ ਅਤੇ ਉਸ 'ਚੋਂ ਨਿਕਲਣ ਦਾ ਆਹੀ ਇੱਕ ਰਾਹ ਹੈਗਾ ਇਹ ਪ੍ਰੈਕਟੀਕਲ। ਆਵਣ ਜਾਣ ਪਾਇਆ ਦੁੱਖ ਵਿਖਿਆ, ਕਹਿੰਦੇ ਮਹਾਰਾਜ ਨੇ ਚੋਗਾ ਖਿਲਾਰਿਆ, ਵਿਖਿਆ ਹੈਗਾ ਇਹ ਦੁੱਖ ਹੈਗਾ, ਨਹੀਂ ਪਤਾ ਲੱਗਦਾ। ਆਪਾਂ ਇਹਨੂੰ ਜਿਹੜੇ ਹੈਗੇ ਹੱਸ ਕੇ ਖੁਸ਼ੀ ਦੇ ਨਾਲ ਇਹਨੂੰ ਖਾਂਦੇ। ਇਹਦੇ ਨਾਲ ਆਵਣ ਜਾਣ ਰਹਿੰਦਾ ਹੈ, ਗਤੀ ਰਹਿੰਦੀ ਆ, ਦੁਨੀਆ ਦੇ ਵਿੱਚ ਹੀ ਰਹਿੰਦੇ ਆ, ਸਰੀਰ ਦੇ ਵਿੱਚ ਹੀ ਰਹਿੰਦੇ ਆ ਔਰ ਜਿਹੜਾ ਹੈਗਾ ਜੰਮਦੇ ਮਰਦੇ ਰਹਿੰਦੇ। ਦੇਹ ਮਨਮੁਖ ਸੂੰਜੀ ਸੁੰਝ। ਅਤੇ ਆਪਾਂ ਇਹ ਕਿਉਂ ਕਰਦੇ ਹਾਂ? ਕਿਉਂਕਿ ਮਨ ਕਹਿੰਦਾ ਕਿਉਂਕਿ ਸਵਾਦ ਪਾਇਆ ਮਾਲਕ ਨੇ।
ਮਨ ਇਸ ਕਰਕੇ ਮਨ ਗਲਤ ਨਹੀਂ ਕਹਿੰਦਾ, ਮਨ ਸਹੀ ਕਹਿੰਦਾ। ਕਿਉਂ? ਮਾਲਕ ਨੇ ਪਾਇਆ ਸਵਾਦ, ਮਾਲਕ ਨੇ ਉਲਝਾਉਣ ਵਾਸਤੇ ਪਾਇਆ ਆਪਾਂ ਨੂੰ। ਇਹਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈਗੀ ਗਲਤ ਨਹੀਂ ਹੈਗੀ। ਕਿਉਂ? ਮਾਲਕ ਪਰਮਾਤਮਾ ਦੀ ਖੇਡ ਹੈਗੀ ਆ, ਉਸਨੇ ਪਰਪਸਲੀ ਪਾਈ ਆ। ਆਪਾਂ ਕੌਣ ਹੁੰਦੇ ਆ ਵੀ ਇਹਨੂੰ ਜਿਹੜਾ ਹੈਗਾ ਇਹ ਕਿਉਂ ਹੈਗੀ ਆ, ਕਿਸ ਤਰ੍ਹਾਂ ਹੈਗੀ। ਇੱਕ ਸੈਕਿੰਡ ਦੀ ਲਾਈਟ ਥੋੜੀ ਜ਼ਿਆਦਾ ਪੈ ਰਹੀ ਆ। ਆਵਣ ਜਾਣ ਪਾਇਆ ਅੰਗ 1179 1179। ਆਵਣ ਜਾਣ ਪਾਇਆ ਦੁੱਖ ਵਿਖਿਆ ਦੇਹ ਮਨਮੁਖ ਸੂੰਝੀ ਸੁੰਝ। ਇਹ ਮਨਮੁਖ ਮਨ ਦੇ ਪਿੱਛੇ ਲੱਗ ਰਹੇ ਇਸ ਕਰਕੇ ਜਿਹੜੀ ਆ ਮਨਮੁਖਾਂ ਦੀ ਜਿਹੜੀ ਹੈਗੀ ਦੇਹ ਜਿਹੜੀ ਹੈਗੀ ਉਹ ਸੁੰਝੀ ਹੁੰਦੀ ਆ, ਸੁੰਝੀ ਰਹਿੰਦੀ ਆ। ਇਸ ਤਰ੍ਹਾਂ ਹੀ ਮਨੁੱਖ ਜੂਨ ਪਾਈ ਆ, ਉਸ ਦੇ ਤਰੀਕੇ ਦੇ ਨਾਲ ਉਹ ਸੁੰਝੀ ਦੀ ਸੁੰਝੀ ਜਿਹੜੀ ਹੈ ਉਹ ਮਨੁੱਖ ਜੂਨ ਜਿਹੜੀ ਹੈ ਵਾਪਸ ਮਾਲਕ ਲੈ ਲੈਂਦਾ। ਉਹਨੇ ਆਪ ਪ੍ਰੈਕਟੀਕਲ ਕਰਨ ਵਾਸਤੇ ਦੇ ਦਿੱਤੀ ਸੀ ਆਪਾਂ ਨੂੰ, ਆਪਾਂ ਨੇ ਪ੍ਰੈਕਟੀਕਲ ਨਹੀਂ ਕੀਤਾ, ਉਹਨੇ ਵਾਪਸ ਲੈ ਲਈ। ਆਵਣ ਜਾਣ ਪਾਇਆ ਦੁੱਖ ਵਿਖਿਆ, ਇਹਦੇ ਨਾਲ ਕੀ ਹੋਇਆ? ਦੁੱਖ ਰਹੂਗਾ ਤੇ ਆਉਣਾ ਜਾਣਾ ਜਾਰੀ ਰਹੂਗਾ। ਦੇ ਮਨਮੁਖ ਸੂੰਝੀ ਸੁੰਝ ਰਾਮ ਨਾਮ ਖਿਨ ਪਲ ਨਹੀਂ ਚੇਤਿਆ ਜਮ ਪਕਰੇ ਕਾਲ ਸੁਲੁੰਜ। ਕਹਿੰਦੇ ਦੇਖ ਤੈਨੂੰ ਜਿਹੜਾ ਨਾ ਪ੍ਰੈਕਟੀਕਲ ਕਰਨ ਦੇ ਵਾਸਤੇ ਭੇਜਿਆ ਸੀਗਾ ਪਿਆਰਿਆ, ਇੱਕ ਪਲ ਵਾਸਤੇ ਇੱਕ ਖਿਨ ਵਾਸਤੇ ਵੀ ਪ੍ਰੈਕਟੀਕਲ ਨਹੀਂ ਕੀਤਾ, ਕਿਸੇ ਦਿਨ ਵੀ ਪ੍ਰੈਕਟੀਕਲ ਨਹੀਂ ਕੀਤਾ। ਤੂੰ ਕਿਸੇ ਦਿਨ ਵੀ ਨਹੀਂ। ਰਾਮ ਨਾਮ ਖਿਨ ਪਲ ਨਹੀਂ ਚੇਤਿਆ ਤੂੰ। ਜਮ ਪਕਰੇ ਕਾਲ ਸਲੁੰਜ। ਫਿਰ ਜਮ ਨੇ ਜਿਹੜਾ ਹੈਗਾ ਕੇਸਾਂ ਤੋਂ ਫੜ ਲੈਣਾ ਪਾਏ। ਸਲੁੰਜ ਕਹਿੰਦੇ ਆ ਉਹਦਾ ਐਸਾ ਗਿਰੇਬਾਨ ਫੜ ਲਓ, ਕੇਸ ਫੜ ਲਓ। ਉਹ ਕਹਿੰਦੇ ਆ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਜੋ ਜਮੇ ਆਏ ਕੇਸ ਗਹਿ ਪਟਕੈ। ਦੇਖੋ ਬਾਣੀ ਕਹਿੰਦੀ ਹੈ ਜੋ ਜਮੇ ਆਏ ਕੇਸ ਗਹਿ ਪਟਕੇ। ਉਸ ਦਿਨ ਫਿਰ ਕੁਛ ਨਹੀਂ ਤੇਰਾ ਬਸਾ ਹੋਣਾ, ਉਸ ਤਰ੍ਹਾਂ ਕੁਛ ਨਹੀਂ ਚੱਲਣੀ ਤੇਰੀ। ਜੋ ਜਮ ਆਏ ਕੇਸ ਗਹਿ ਪਟਕੇ। ਉਸ ਟਾਈਮ ਕੀ ਕਰੇਗਾ? ਆ ਹੈਗੀ ਰਾਮ ਨਾਮ ਖਿਨ ਪਲ ਨਹੀਂ ਚੇਤਿਆ ਜਮ ਪਕਰੇ ਕਾਲ ਸੁਲੁੰਝ। ਬਾਬਾ ਜੀ ਸੂੰਝੀ ਦਾ ਕੀ ਮਤਲਬ ਹੈ? ਸੂੰਝੀ ਮਤਲਬ ਖਾਲੀ, ਸੁੰਝਾ ਸੁਣਨੀ। ਠੀਕ ਹੈ ਜੀ। ਰਾਮ ਨਾਮ ਖਿਲ ਉਸ ਤਰ੍ਹਾਂ ਹੀ ਸੁਣਨੀ ਦੀ ਸੁਣਨੀ ਰਹਿ ਗਈ ਨਾ, ਉਹ ਕੰਮ ਕੀਤਾ ਹੀ ਨਹੀਂ। ਮਨੁੱਖ ਦੀ ਦੇਹ ਕੋਈ ਚੀਜ਼ ਹੀਰਾ ਹੈਗਾ ਮਿਲਿਆ ਆਪਾਂ ਨੂੰ, ਉਹਦਾ ਕੋਈ ਉਪਯੋਗ ਹੀ ਨਹੀਂ ਕੀਤਾ। ਕੀਮਤੀ ਚੀਜ਼ ਆਪਣੇ ਕੋਲ ਸੀਗੀ, ਹਾਂ ਆਪਾਂ ਨੇ ਨਹੀਂ ਉਹਨੂੰ ਯੂਜ਼ ਨਹੀਂ ਕਰ ਪਾਏ। ਕਾਰ ਖੜੀ ਆ, ਆਪਾਂ ਨੇ ਚਲਾਈ ਨਹੀਂ, ਗਏ ਨਹੀਂ ਕਿਤੇ ਵੀ। ਆਵਣ ਜਾਣ ਪਾਇਆ ਦੁੱਖ ਵਿਖਿਆ ਦੇਹ ਮਨਮੁਖ ਸੂੰਝੀ ਸੁੰਝ। ਇਹ ਦੇਹ ਮਿਲੀ ਹੋਈ ਆ, ਇਹ ਕਾਰ ਆ ਪਿਆਰਿਓ, ਬਹੁਤ ਮਰਸਡੀ, ਸਭ ਤੋਂ ਕੀਮਤੀ ਫਰਾਰੀ ਹੈਗੀ ਆ। ਇਹਦੇ ਨਾਲ ਤਾਂ ਜਾਣਾ ਸੀਗਾ ਕਿਤੇ ਆਪਾਂ ਨੇ। ਆਵਣ ਜਾਣ ਪਾਇਆ ਦੁੱਖ ਵਿਖਿਆ ਦੇਹ ਮਨਮੁਖ ਸੂੰਝੀ ਸੁੰਝ। ਰਾਮ ਨਾਮ ਖਿਨ ਪਲ ਨਹੀਂ ਚੇਤਿਆ ਜਮ ਪਕੜੇ ਕਾਲ ਸੁਲੁੰਝ। ਫੜ ਲਿਆ ਬਸ ਬਈ, ਹੋ ਗਿਆ ਤੇਰਾ ਕੰਮ, ਚੱਲ ਲੈ ਲਈ ਵਾਪਸ ਦੇ। ਗੋਬਿੰਦ ਜੀਓ ਬਿਖ ਹਉਮੈ ਮਮਤਾ ਮੁੰਝ। ਮੁੰਝ ਮਤਲਬ ਮੇਰੇ ਅੰਦਰ। ਮਾਲਕਾ ਹੇ ਮਾਲਕਾ, ਮੇਰੇ ਅੰਦਰ ਤਾਂ ਬਿਖ ਹੈਗੀ, ਹਉਮੈ ਹੈਗੀ, ਮਮਤਾ ਹੈਗੀ ਮੇਰੇ ਅੰਦਰ, ਤੇਰੀ ਪਾਈ ਹੋਈ ਆ। ਗੋਬਿੰਦ ਜੀਓ ਬਿਖ ਹਉਮੈ ਮਮਤਾ ਮੁੰਝ। ਮੁੰਝ ਮਤਲਬ ਮੇਰੇ ਅੰਦਰ। ਇਸ ਕਰਕੇ ਮੈਂ ਜਿਹੜਾ ਹੈਗਾ ਰਾਮ ਨਾਮ ਖਿਨ ਪਲ ਨਹੀਂ ਚੇਤਿਆ, ਇਸ ਕਰਕੇ ਮੈਂ ਆਪ ਪ੍ਰੈਕਟੀਕਲ ਨਹੀਂ ਕੀਤਾ। ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਪੁੰਜ। ਕਹਿੰਦੇ ਸਾਧ ਸੰਗਤ ਗੁਰੂ ਦੀ ਪਿਆਰੀ ਹੈਗੀ, ਸਾਧ ਸੰਗਤ ਉਹਨੂੰ ਮਿਲ ਕੇ ਉਤਸ਼ਾਹ ਆ ਜਾਣਾ ਸੀਗਾ, ਔਰ ਇਹ ਪ੍ਰੈਕਟੀਕਲ ਕਰ ਲੈਣਾ ਸੀਗਾ, ਔਰ ਅੰਮ੍ਰਿਤ ਤੱਕ ਚਲੇ ਜਾਣਾ ਸੀਗਾ, ਔਰ ਜੂਨਾਂ ਤੋਂ ਬਾਹਰ ਹੋ ਜਾਣਾ ਸੀਗਾ, ਔਰ ਅਮਰ ਹੋ ਜਾਣਾ ਸੀਗਾ, ਔਰ ਮਾਲਕ ਪਰਮਾਤਮਾ ਦਾ ਸਾਥ ਮਾਣ ਲੈਣਾ ਸੀਗਾ। ਗੋਬਿੰਦ ਜੀਓ ਬਿਖ ਹਉਮੈ ਮਮਤਾ ਮੁੰਝ। ਸਤ ਸੰਗਤ ਗੁਰ ਕੀ ਹਰ ਪਿਆਰੀ।
ਮਾਲਕ ਨੂੰ ਪਿਆਰੀ ਹੈ ਸਤਸੰਗਤ। ਇਹ ਗੁਰੂ ਦੀ ਸੰਗਤ, ਇਹ ਸਾਧ ਸੰਗਤ, ਇਹ ਮਾਲਕ ਨੂੰ ਬਹੁਤ ਪਿਆਰੀ ਹੈਗੀ। ਸਤ ਸੰਗਤ ਗੁਰ ਕੀ ਹਰ ਪਿਆਰੀ, ਮਿਲ ਸੰਗਤ ਹਰ ਰਸ ਪੁੰਜ। ਹਾਲੇ ਵੀ ਸਮਾਂ ਹੈਗਾ ਪਿਆਰਿਆ, ਹਾਲੇ ਵੀ ਸਮਾਂ ਹੈਗਾ। ਸੰਗਤ ਦੇ ਨਾਲ ਮਿਲ ਕੇ ਪ੍ਰੈਕਟੀਕਲ ਕਰ ਲਾ, ਪ੍ਰੈਕਟੀਕਲ ਕਰ ਲਾ। ਇੱਕ ਦਿਨ ਤਾਂ ਕਰ ਲਾ। ਰਹਾਓ ਸਤ ਸੰਗਤ ਸਾਧ ਦਇਆ ਕਰ ਮੇਲੋ, ਸਰਣਾਗਤ ਸਾਧੂ ਪੰਜ। ਪੰਜ ਕਹਿੰਦੇ ਆ ਜਿਹੜੇ ਹੁੰਦੇ ਆ ਮੁਖੀ ਪੰਚ। ਪਿੰਡ ਹੁੰਦਾ ਨਾ, ਪਿੰਡ ਦੇ ਵਿੱਚ ਪੰਚਾਇਤ ਦੇ ਪੰਚ ਹੁੰਦੇ ਆ, ਉਹ ਆਮ ਤੋਂ ਉੱਪਰ ਹੁੰਦੇ ਆ ਪੰਚ। ਇਹ ਇਸ ਤਰ੍ਹਾਂ ਕਹਿੰਦੇ ਸਾਧੂ ਜਿਹੜੇ ਹੈਗੇ, ਗੁਰੂ ਜਿਹੜੇ ਬ੍ਰਹਮ ਗਿਆਨੀ ਜਿਹੜੇ ਹੈਗੇ, ਇਹ ਤੇਰੇ ਮੁਖੀ ਹੈ। ਇਹਨਾਂ ਨੂੰ ਤੂੰ ਇਹਨਾਂ ਦੀ ਸ਼ਰਨ 'ਚ ਗਿਆ ਹੀ ਨਹੀਂ ਯਾਰ, ਇਹਨਾਂ ਦੀ ਸ਼ਰਨ ਲਈ ਨਹੀਂ। ਤੂੰ ਬ੍ਰਹਮ ਗਿਆਨੀਆਂ ਦੇ ਉੱਤੇ ਹੀ ਜਿਹੜਾ ਆਪਣੀ ਬੁੱਧੀ ਦੇ ਨਾਲ ਨੁਕਤੇ ਕਰੀ ਜਾ ਰਿਹਾ। ਸਤ ਸੰਗਤ ਸਾਧ ਦਇਆ ਕਰ ਮੇਲੋ, ਸਰਣਾਗਤ ਸਾਧੂ ਪੰਜ। ਇਹ ਜਿਹੜੇ ਹੈਗੇ ਕਾਫੀਏ ਜਿਹੜੇ ਹੈਗੇ ਮਹਾਰਾਜ ਦੇ, ਇੱਕ ਚੌਥੀ ਪਾਤਸ਼ਾਹੀ ਜਿਹੜੀ ਸਾਰੀਆਂ ਹੱਦਾਂ ਪਾਰ ਕਰ ਗਏ ਕਾਫੀਏ ਦੇ ਵਿੱਚ। ਇਹ ਰਾਇਮ ਆ, ਦੇਖੋ ਜੋ ਅੱਖਰ ਆਖਰੀ ਅੱਖਰ ਹੈ, ਹਰੇਕ ਦੇ ਵਿੱਚ ਉਹੀ ਅੱਖਰ ਚੱਲਣਾ ਹੈ, ਤੇ ਪੰਚ ਨਹੀਂ ਲਿਖ ਸਕਦੇ ਮਹਾਰਾਜ। ਸਤ ਸੰਗਤ ਸਾਧ, ਇਹ ਪੋਇਟਰੀ ਹੈਗੀ। ਪੋਇਟਰੀ ਦੇ ਵਿੱਚ ਜਿਹੜਾ ਹੈਗਾ ਆਹ ਚੀਜ਼ ਸਮਝ ਲਈ ਆਪਾਂ। ਸਤ ਸੰਗਤ ਸਾਧ ਦਇਆ ਕਰ ਮੇਲੋ, ਹੇ ਮੇਰੇ ਮਾਲਕਾ, ਮੇਲ ਮਾਲਕਾ, ਦਇਆ ਕਰ ਮੇਰੇ ਉੱਤੇ। ਮੈਨੂੰ ਜਿਹੜਾ ਹੈਗਾ ਪ੍ਰੈਕਟੀਕਲ ਕਰਨ ਵਾਸਤੇ ਗਾਈਡ ਦੇ, ਮੈਨੂੰ ਗਾਈਡ ਦੇ, ਮੈਨੂੰ ਸਾਧੂ ਜਿਹੜਾ ਹੈਗੇ, ਗੁਰੂ ਬ੍ਰਹਮ ਗਿਆਨੀ ਜਿਹੜੇ ਹੈਗੇ, ਉਹਨਾਂ ਦੀ ਸੰਗਤ ਦੇ, ਉਹਨਾਂ ਮੁਖੀਆਂ ਦੀ ਮੈਨੂੰ ਸੰਗਤ ਦੇ ਮਾਲਕਾ। ਮੈਨੂੰ ਉਹਨਾਂ ਪੰਚਾਂ ਦੀ ਸੰਗਤ ਦੇ, ਪੰਚ ਪਰਵਾਨ, ਪੰਚ ਪ੍ਰਧਾਨ, ਉਹਨਾਂ ਦੀ ਦੇ ਸੰਗਤ। ਪੰਚੇ ਪਾਵੇਂ ਦਰ ਗਏ ਮਾਨ, ਪੰਚੇ ਸੋਹੇ ਦਰ ਰਜਾਨ, ਉਹਨਾਂ ਦੀ ਸੰਗਤ ਦੇ ਮੈਨੂੰ। ਅਸੀਂ 1179 ਅੰਗ ਦੇ ਉੱਤੇ ਹੈਗੇ ਪਿਆਰਿਓ। ਇਹ ਮੈਸੇਜ ਦਿੱਤਾ ਸੀਗਾ, ਫਿਰ ਵੀ ਲੇਟ ਹੋ ਰਹੇ ਆਪਾਂ, ਪਤਾ ਨਹੀਂ ਕਿਸ ਤਰ੍ਹਾਂ ਜਿਹੜਾ ਹੈਗਾ। ਚਲੋ ਮਾਲਕ ਪਰਮਾਤਮਾ ਮਿਹਰ ਕਰੇ ਜੀ। ਸਤ ਸੰਗਤ ਸਾਧ ਦਇਆ ਕਰ ਮੇਲੋ, ਸਰਣਾਗਤ ਸਾਧੂ ਪੰਜ। ਪੰਜ ਮਤਲਬ ਪੰਚ। ਮੈਨੂੰ ਸਾਧ ਸੰਗਤ ਮਿਲਾ, ਮੈਨੂੰ ਮੁਖੀ ਪੰਚ ਜਿਹੜੇ ਹੈਗੇ, ਗੁਰੂ ਬ੍ਰਹਮ ਗਿਆਨੀ, ਉਹਨਾਂ ਦੇ ਸੰਗਤ ਦੇ ਮੈਨੂੰ, ਉਹਨਾਂ ਦੀ ਸ਼ਰਨ ਦੇ ਮੈਨੂੰ, ਉਹਨਾਂ ਦਾ ਸਾਥ ਦੇ ਮੈਨੂੰ। ਮੈਂ ਸ਼ਰਨ ਮਤਲਬ ਮੈਂ ਸਰੈਂਡਰ ਕਰ ਦੇਵਾਂ ਆਪਣੇ ਆਪ ਨੂੰ ਉਹਨਾਂ ਦੇ ਅੱਗੇ। ਹਮ ਡੁੱਬਦੇ ਪਾਥਰ ਕਾਢ ਲਿਓ ਪ੍ਰਭ, ਤੁਮ ਦੀਨ ਦਿਆਲ ਦੁੱਖ ਪੰਜ। ਹੇ ਮੇਰੇ ਮਾਲਕਾ, ਤੂੰ ਹੀ ਤਾਂ ਗੇਮ ਪਾਈ ਆ, ਤੂੰ ਹੀ ਤਾਂ ਇਹ ਖੇਡ ਬਣਾਈ ਆ, ਤੂੰ ਹੀ ਤਾਂ ਇਹ ਸੰਸਾਰ ਸਮੁੰਦਰ ਜਿਹੜਾ ਹੈਗਾ ਵਿਸ਼ੇ ਵਿਕਾਰਾਂ ਦਾ, ਇਹ ਜਿਹੜਾ ਤ੍ਰਿਸ਼ਨਾ ਦਾ ਜਿਹੜਾ ਹੈਗਾ, ਮੋਹ ਦੇ ਚਿੱਕੜ ਹੈਗਾ, ਜਿਹਦੇ ਵਿੱਚ ਇਹ ਤੂੰ ਬਣਾਇਆ ਹੈਗਾ। ਫਿਰ ਕੱਢ ਲਾ ਨਾ, ਤੂੰ ਹੀ ਤਾਂ ਕੱਢਣਾ ਆ। ਮੇਰੇ ਕੋਲ ਤਾਂ ਬਹੁਤ ਜਨਮਾਂ ਦਾ ਭਾਰ ਹੋ ਗਿਆ ਹੈ, ਮੈਂ ਤਾਂ ਡੁੱਬੀ ਜਾ ਰਿਹਾ। ਮੈਂ ਪੱਥਰ ਕੋਈ ਤਰਦਾ ਹੁੰਦਾ ਹੈ? ਪੱਥਰ ਕਿਤੇ ਤਰਦਾ ਹੁੰਦਾ? ਦੱਸ ਤਾਂ ਸਹੀ। ਪੱਥਰ ਨਹੀਂ ਤਰ ਸਕਦਾ। ਤੂੰ ਤਾਰੇਂਗਾ ਤੇ ਪੱਥਰ ਤਰ ਸਕਦਾ ਹੈ, ਤੂੰ ਤਾਰੇਂਗਾ ਤੇ ਪੱਥਰ ਤਰ ਸਕਦਾ ਹੈ। ਹਮ ਡੁੱਬਦੇ ਪਾਥਰ ਕਾਢ ਲਿਓ ਪ੍ਰਭ, ਤੁਮ ਦੀਨ ਦਿਆਲ ਦੁੱਖ ਪੰਜ। ਤੂੰ ਦੀਨਾਂ ਤੇ ਦਇਆ ਕਰਨ ਵਾਲਾ ਹੈ ਮਾਲਕਾ, ਦੁੱਖਾਂ ਨੂੰ ਦੂਰ ਕਰਨ ਵਾਲਾ, ਦੁੱਖਾਂ ਨੂੰ ਭੰਨਣ ਵਾਲਾ ਹੈਗਾ ਆ। ਹਰ ਉਸਤਤ ਤਾਰੋ ਰਿਦੇ ਅੰਤਰ ਸੁਆਮੀ, ਸਤ ਸੰਗਤ ਮਿਲ ਬੁੱਧ ਲੰਝ। ਹੇ ਮੇਰੇ ਮਾਲਕਾ, ਮੇਰੇ ਉੱਤੇ ਕਿਰਪਾ ਕਰ, ਮੇਰੇ ਉੱਤੇ ਕਿਰਪਾ ਕਰ। ਹਰ ਉਸਤਤ ਤਾਰੋ ਰਿਦੇ ਅੰਦਰ, ਮੇਰੇ ਅੰਦਰ ਜਿਹੜੀ ਹੈਗੀ ਹੈ, ਮੈਂ ਤੇਰੀ ਸਿਫਤ ਸਲਾਹ, ਤੇਰੀ ਆ ਉਸਤਤ ਮੈਂ ਕਰ ਸਕਾਂ। ਮੇਰੇ ਅੰਦਰ ਇਹਦੇ ਵਾਸਤੇ ਜਿਹੜਾ ਹੈਗਾ, ਮੇਰੇ ਅੰਦਰ ਜਿਹੜਾ ਹੈਗਾ, ਤੂੰ ਇਹਦੇ ਵਾਸਤੇ ਮੇਰੇ ਅੰਦਰ ਉਤਸ਼ਾਹ ਦੇ ਆਹ ਕੰਮ ਕਰਨ ਵਾਸਤੇ। ਮੇਰੇ ਅੰਦਰ ਜਿਹੜੀ ਹੈਗੀ ਪ੍ਰੇਰਨਾ ਦੇ ਮੈਨੂੰ। ਮੇਰੀ ਬੁੱਧੀ ਜਿਹੜੀ ਹੈਗੀ ਹੈ, ਮਨਮਤ ਜਿਹੜੀ ਹੈ, ਮਨ ਦੇ ਪਿੱਛੇ ਚੱਲਣ ਵਾਲੀ, ਇਹਨੂੰ ਮੈਂ ਬਦਲ ਲਵਾਂ ਕਿਤੇ, ਇਹ ਨਵੀਂ ਬੁੱਧੀ ਲੈ ਲਵਾਂ। ਸਤ ਸੰਗਤ ਮਿਲ ਬੁੱਧ ਲੰਚ, ਮੈਂ ਲੈ ਲਾਂ ਉਹਨਾਂ ਦੀ, ਉਹਨਾਂ ਪੰਛਾਂ ਦੀ ਬੁੱਧੀ ਲੈ ਲਵਾਂ ਮੈਂ।
ਹਰ ਉਸਤਤ ਤਾਰੋ ਹਿਰਦੇ ਅੰਤਰ ਸੁਆਮੀ, ਮੇਰ ਕਰ ਮਾਲਕਾ ਮੇਰ ਕਰ, ਆ ਚਾਂਸ ਦਿੱਤਾ ਹੈ ਤੂੰ। ਹਰ ਉਸਤਤ ਤਾਰੋ ਹਿਰਦੇ ਅੰਤਰ ਸੁਆਮੀ, ਸਤ ਸੰਗਤ ਮਿਲ ਬੁੱਧ ਲੰਚ, ਲੰਚ ਮਤਲਬ ਲੈ ਲਵਾਂ, ਬਦਲਾ ਲਵਾਂ। ਹਰ ਨਾਮੇ ਹਮ ਪ੍ਰੀਤ ਲਗਾਨੀ, ਹਮ ਹਰ ਵਿਟੋਂ ਘੁੰਮ ਵੰਜ। ਹਰ ਨਾਮੇ ਹਮ ਪ੍ਰੀਤ ਲਗਾਨੀ, ਆ ਮਾਲਕ ਪਰਮਾਤਮਾ ਨੇ, ਆ ਦੇਖੋ ਪੁਕਾਰ ਹੋਈ ਤੇ ਮਾਲਕ ਨੇ ਮਿਹਰ ਕਰ ਦਿੱਤੀ, ਪ੍ਰੀਤ ਲਗਾ ਦਿੱਤੀ। ਹਰ ਨਾਮੇ ਹਮ ਪ੍ਰੀਤ ਲਗਾਏ। ਔਰ ਜਦ ਮੱਤ ਲਈ ਗੁਰੂ ਦੀ ਮੱਤ ਤੇ ਕਿ ਗੁਰੂ ਨੇ ਕਿਹਾ ਕਿ ਪ੍ਰੈਕਟੀਕਲ ਕਰ ਪੁੱਤਰ, ਪ੍ਰੈਕਟੀਕਲ ਕਰ, ਆ ਗਿਆਨ ਲੈ ਲਾ, ਗਿਆਨ ਦੇ ਅਨੁਸਾਰ ਜਿਹੜਾ ਹੈਗਾ ਐਕਸ਼ਨ ਕਰ ਪਿਆਰਿਆ, ਐਕਸ਼ਨ ਕਰ। ਹਰ ਨਾਮੇ ਹਮ ਪ੍ਰੀਤ ਲਗਾਨੇ, ਹਮ ਹਰ ਵਿਠੋਂ ਘੁੰਮ ਵੰਜ। ਬਸ ਕਹਿੰਦੇ ਮੈਂ ਤਾਂ ਮਾਲਕ ਪਰਮਾਤਮਾ ਤੋਂ ਬਸ ਮਾਲਕ ਵੱਲ ਨੂੰ ਉੱਲਰ ਗਿਆ। ਮੈਂ ਘੁੰਮ ਵੰਜ ਮਤਲਬ ਮੈਂ ਮਾਲਕ ਵੱਲ ਨੂੰ ਉੱਲਰ ਗਿਆ। ਜਨ ਕੇ ਪੂਰ ਮਨੋਰਥ ਹਰ ਪ੍ਰਭ, ਹਰ ਨਾਮ ਦੇਵੋ ਹਰ ਲੰਚ। ਹੇ ਮੇਰੇ ਮਾਲਕਾ, ਮੇਰੇ ਮਨੋਰਥ, ਹੁਣ ਮਨੋਰਥ ਕੀ ਬਣ ਗਿਆ ਬਈ? ਪ੍ਰੈਕਟੀਕਲ। ਮੇਰਾ ਮਨੋਰਥ ਹੁਣ ਜਨ ਦਾ ਕੀ ਮਨੋਰਥ ਹੋ ਗਿਆ? ਪ੍ਰੈਕਟੀਕਲ। ਜਨ ਕੇ ਪੂਰ ਮਨੋਰਥ ਹਰ ਪ੍ਰਭ, ਹਰ ਨਾਮ ਦੇਵੋ ਹਰ ਲੰਚ। ਮੈਨੂੰ ਨਾਮ ਦੇ, ਮੈਂ ਲੈ ਲਵਾਂ ਨਾਮ ਤੇਰਾ, ਨਾਮ ਪਦਾਰਥ ਦੇ ਮੈਨੂੰ, ਅੰਮ੍ਰਿਤ ਰਸ ਦੇ ਮੈਨੂੰ। ਮੇਰਾ ਮਨੋਰਥ ਆਇਆ, ਹੁਣ ਟੀਚਾ ਬਦਲ ਗਿਆ। ਪਹਿਲੇ ਮਾਇਆ ਸੀਗਾ ਟੀਚਾ, ਹੁਣ ਜਿਹੜਾ ਨਾਮ ਹੋ ਗਿਆ ਟੀਚਾ। ਜਨ ਨਾਨਕ ਮਨ ਤਨੇ ਆਨੰਦ ਪਾਇਆ ਹੈ, ਗੋਰੇ ਮੰਤਰ ਦਿਓ ਹਰ ਪੰਜ। ਪੰਜ ਮਤਲਬ ਭਜਨ, ਪ੍ਰੈਕਟੀਕਲ ਕਰਨ ਵਾਸਤੇ। ਭਜਨ ਦਾ ਮਤਲਬ ਹੈ ਪ੍ਰੈਕਟੀਕਲ, ਭਜਨ ਦਾ ਮਤਲਬ ਹੈ ਪ੍ਰੈਕਟੀਕਲ। ਜਨ ਨਾਨਕ ਮਨ ਤਨ ਆਨੰਦ ਪਾਇਆ ਹੈ, ਕਹਿੰਦੇ ਮਨ ਤਨ ਆਨੰਦ ਹੋ ਗਿਆ, ਖੁਸ਼ੀ ਆ ਗਈ। ਗੁਰੇ ਮੰਤਰ ਦਿਓ ਹਰ ਪੰਜ। ਗੁਰੂ ਨੇ ਪ੍ਰੈਕਟੀਕਲ ਕਰਨ ਵਾਸਤੇ ਮੈਨੂੰ ਸੇਧ ਦੇ ਦਿੱਤੀ, ਮੈਨੂੰ ਮੰਤਰ ਦੇ ਦਿੱਤਾ, ਮੈਨੂੰ ਉਤਸ਼ਾਹ ਦੇ ਦਿੱਤਾ, ਮੈਨੂੰ ਗਿਆਨ ਦੇ ਦਿੱਤਾ। ਇਹ ਜੀ ਪਹਿਲਾ ਸ਼ਬਦ। ਦੂਸਰਾ ਸ਼ਬਦ ਆਪਾਂ ਲੈ ਰਹੇ ਹਾਂ, ਕਿਆ ਪੜ੍ਹੀਏ ਕਿਆ ਗੁਨੀਏ। ਇਹ ਕਬੀਰ ਜੀ ਦਾ ਸ਼ਬਦ ਹੈਗਾ, ਅੰਗ 655 656 655 656। ਇਹ ਕਬੀਰ ਜੀ ਦਾ ਸ਼ਬਦ ਹੈਗਾ, ਕਿਆ ਪੜ੍ਹੀਏ ਕਿਆ ਗੁਨੀਏ। ਇਹ ਸੋਠ ਰਾਗ ਦੇ ਵਿੱਚ ਹੈਗਾ ਜੀ। ਇਹ ਲੈ ਰਹੇ ਆਪਾਂ, क्या पढ़िए क्या गुनिए, क्या वेद पुराना सुनिए, पढ़े सुने क्या होई, जो सहज ना मिलियो सोई। ਇਹਦੇ ਵਿੱਚ ਕਬੀਰ ਜੀ ਜਿਹੜੇ ਹੈਗੇ ਆਪਾਂ ਨੂੰ ਇਹ ਨਹੀਂ ਕਹਿ ਰਹੇ ਕਿ ਤੂੰ ਕੀ ਪੜ੍ਹ ਰਿਹਾ, ਕੀ ਕਰ ਰਿਹਾ, ਕਿਉਂ ਪੜ੍ਹ ਰਿਹਾ ਹੈ, ਜਾਂ ਕੀ ਸੁਣ ਰਿਹਾ ਹੈ, ਕੀ ਗੁਣ ਕੱਢ ਰਿਹਾ ਹੈ। ਪੜ੍ਹੇ ਸੁਣਨਾ ਕੀ ਹੋਊਗਾ, ਜੋ ਸਹਿਜ ਨਾ ਮਿਲਿਓ ਸੋਈ। ਐਵੇਂ ਤਾਂ ਨਹੀਂ ਕਹਿ ਰਹੇ ਕਬੀਰ ਜੀ। ਇਹ ਗਿਆਨ ਤਾਂ ਪੜ੍ਹਨਾ ਹੈ ਭਾਈ, ਗਿਆਨ ਤਾਂ ਲੈਣਾ ਹੈ, ਇਹਦੇ ਵਿੱਚੋਂ ਤਾਂ ਸਾਰੀ ਸੇਧ ਮਿਲਣੀ ਹੈ ਆਪਾਂ ਨੂੰ। ਫਿਰ ਭੇਤ ਕੀ ਹੈਗਾ? ਕਬੀਰ ਜੀ ਕੀ ਕਹਿ ਰਹੇ ਆ? ਕਿਆ ਪੜ੍ਹੀਏ ਕਿਆ ਗੁਨੀਏ। ਕਹਿੰਦੇ ਮਿੱਤਰਾ ਦੱਸ ਮੈਨੂੰ, ਤੂੰ ਜਿਹੜਾ ਹੈਗਾ ਇਹ ਗਿਆਨ ਰੋਜ਼ ਪੜ੍ਹਦਾ ਹੈ, ਰੋਜ਼ ਗਿਆਨ ਲੈਣਾ ਹੈ, ਤੇ ਇਹਦੇ ਵਿੱਚੋਂ ਤੂੰ ਕੀ ਪੜ੍ਹਿਆ ਹੈ, ਤੇ ਇਹਦੇ ਵਿੱਚੋਂ ਤੂੰ ਕੀ ਜਿਹੜਾ ਹੈਗਾ, ਕੀ ਚੀਜ਼ ਸਮਝੀ ਹੈ, ਤੂੰ ਮੈਨੂੰ ਇਹ ਦੱਸ ਦੇ। ਕਿਹੜਾ ਗੁਣ ਕੱਢਿਆ ਇਹਦੇ ਵਿੱਚੋਂ? ਇਹ ਗਿਆਨ ਕਾਹਦੇ ਵਾਸਤੇ ਲੈ ਰਿਹਾ ਆ? ਕਿਹੜੇ ਕੰਮ ਵਾਸਤੇ ਲੈ ਰਿਹਾ? ਕੀ ਤੂੰ ਇਸ ਚੋਂ ਕੀ ਕਰ ਰਿਹਾ? ਇਸ ਗਿਆਨ ਦਾ ਤੂੰ ਕੀ ਕਰ ਰਿਹਾ ਆ? ਕਿਆ ਪੜ੍ਹੀਏ ਕਿਆ ਗੁਨੀਏ। ਤੂੰ ਦੱਸ ਤਾਂ ਸਹੀ ਨਾ, ਕੀ ਪੜ੍ਹ ਰਿਹਾ ਤੇ ਕੀ ਗੁਣ ਕਰ ਰਿਹਾ? ਤੂੰ ਮੈਨੂੰ ਵੀ ਤਾਂ ਐਕਸਪਲੇਨ ਕਰ ਦੇ। ਕਬੀਰ ਜੀ ਕਹਿੰਦੇ ਮੈਨੂੰ ਵੀ ਦੱਸ ਕੀ ਕਰ ਰਿਹਾ ਤੂੰ, ਇਸ ਗਿਆਨ ਦਾ ਕੀ ਪੜ੍ਹ ਰਿਹਾ ਦੱਸ। ਜੇ ਛੋਟਾ ਬੱਚਾ ਨਹੀਂ ਹੁੰਦਾ, ਛੋਟੇ ਬੱਚੇ ਨੂੰ ਪਿਓ ਪੁੱਛਦਾ ਹੈ, ਦੱਸ ਤੂੰ ਕੀ ਯਾਦ ਕੀਤਾ ਹੈ, ਕੀ ਪੜ੍ਹਿਆ, ਸਮਝਾ ਮੈਨੂੰ। ਕਿਆ ਪੜ੍ਹੀਏ ਕਿਆ ਗੁਨੀਏ, ਕਿਆ ਵੇਦ ਪੁਰਾਣਾ ਸੁਣੀਏ। ਤੂੰ ਬਹੁਤ ਸੁਣ ਰਿਹਾ ਹੈ ਵੇਦ ਪੁਰਾਣ। ਇਹ ਗੁਰੂ ਗ੍ਰੰਥ ਸਾਹਿਬ, ਇਹ ਵੇਦ, ਇਹ ਜਿਹੜੇ ਹੈਗੇ ਕੁਰਾਨ ਸ਼ਰੀਫ, ਇਹ ਜਿਹੜੀ ਹੈਗੀ ਬਾਈਬਲ, ਇਹ ਜਿਹੜੀ ਹੈ 10 ਕਮਾਂਡਮੈਂਟਸ, ਹੋਰ ਜਿਹੜੇ ਹੈਗੇ ਧਾਰਮਿਕ ਗ੍ਰੰਥ ਤੂੰ ਪੜ੍ਹ ਰਿਹਾ ਆ।
ਉਹਦੇ ਵਿੱਚੋਂ ਕੀ ਉਹਦਾ ਫਾਇਦਾ ਕੀ ਹੋ ਰਿਹਾ ਤੈਨੂੰ? ਕੀ ਕਰ ਰਿਹਾ ਉਹਦੇ ਨਾਲ? क्या पढ़िए क्या गुनिए, क्या वेद पुराना सुनिए, पढ़े सुने क्या होई, जो सहज ना मिले सोई। ਇਹ ਤੇ ਪੜ੍ਹਨ ਦੇ ਸੁਣਨ ਦੇ ਨਾਲ ਕੀ ਹੋਊਗਾ? ਤੇ ਤੂੰ ਪ੍ਰੈਕਟੀਕਲ ਤਾਂ ਕਰ ਹੀ ਨਹੀਂ ਰਿਹਾ। ਤੂੰ ਪ੍ਰੈਕਟੀਕਲ ਤਾਂ ਕਰ ਹੀ ਨਹੀਂ ਰਿਹਾ ਔਰ ਸਹਿਜ ਦੇ ਵਿੱਚ ਜਾ ਨਹੀਂ ਰਿਹਾ। ਉਹ ਮਾਲਕ ਪਰਮਾਤਮਾ ਤੈਨੂੰ ਤੇਰੀ ਆਤਮਾ ਤੇ ਤੈਨੂੰ ਦਰਸ਼ਨ ਨਹੀਂ ਹੋ ਰਹੇ। ਤੂੰ ਆਤਮਾ ਦੇ ਵਿੱਚ ਤੇਰੀ ਸੁਰਤ ਜਾ ਨਹੀਂ ਰਹੀ। ਤੇਰੇ ਸਰੀਰ ਤੋਂ ਤੂੰ ਬਾਹਰ ਨਹੀਂ ਆ ਰਿਹਾ। ਆਕਾਰ ਜਿਹੜਾ ਹੈਗਾ ਇਹ ਜੋ ਪ੍ਰਕਿਰਤੀ ਹੈਗੀ, ਜਿਹੜਾ ਪੰਜਾਂ ਤੱਤਾਂ ਦੀ ਰਚਨਾ ਹੈਗੀ, ਇਸ ਤੋਂ ਤੂੰ ਉੱਪਰ ਉੱਠ ਨਹੀਂ ਰਿਹਾ। ਵਿਚਾਰ ਮੰਡਲ ਤੂੰ ਕ੍ਰਾਸ ਨਹੀਂ ਕਰ ਪਾ ਰਿਹਾ। ਪੜ੍ਹੇ ਸੁਣੇ ਕਿਆ ਹੋਈ? ਕੀ ਹੋਏਗਾ ਦੱਸ ਦੇ। ਇਹਦੇ ਨਾਲ ਕੀ ਹੋਏਗਾ ਦੱਸ ਦੇ। ਹਾਲੇ ਤੱਕ ਕੀ ਹੋਇਆ? ਕਿੰਨੇ ਕੁ ਸਾਲ ਹੋ ਗਏ? ਕਿੰਨਾ ਕੁ ਸਮਾਂ ਹੋ ਗਿਆ ਤੈਨੂੰ ਇਸ ਤਰ੍ਹਾਂ? ਤੈਨੂੰ ਕੋਈ ਫਾਇਦਾ ਹੋਇਆ ਉਹਦੇ ਨਾਲ? क्या पढ़िए क्या गुनिए, क्या वेद पुराना सुनिए, पढ़े सुने क्या होए। ਇਹਦੇ ਨਾਲ ਤਾਂ ਨੁਕਸਾਨ ਹੋ ਗਿਆ ਤੈਨੂੰ। ਪੜ੍ਹ ਕੇ ਤੂੰ ਕੜ ਗਿਆ। ਤੂੰ ਜਿਹੜਾ ਹੈਗਾ ਦੂਸਰਿਆਂ ਤੇ ਲੋਕਾਂ ਤੇ ਪ੍ਰਭਾਵ ਪਾਉਣ ਲੱਗ ਪਿਆ। ਪੜ੍ਹਨ ਦੇ ਨਾਲ ਤਾਂ ਨੁਕਸਾਨ ਕਰਾ ਲਿਆ ਤੂੰ ਆਪਣੇ ਅੰਦਰ। ਤੇਰੀ ਹਉਮੈ ਵੱਧ ਗਈ ਪਿਆਰਿਆ। ਔਰ ਕਈ ਜਿਹੜੇ ਹੈਗੇ ਉਹ ਖੱਟੀ ਕਰਦੇ ਇਸ ਤੋਂ। ਇਹਦਾ ਜਿਹੜਾ ਹੈਗਾ ਮਾਇਕ ਲਾਭ ਲੈਂਦੇ ਆ ਇਸ ਪੜ੍ਹਾਈ ਦਾ, ਇਸ ਗਿਆਨ ਦਾ। ਉਹਨਾਂ ਦੀ ਤਾਂ ਗੱਲ ਹੀ ਛੱਡੋ, ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ। ਆਪਾਂ ਕਈਆਂ ਦਾ ਕੀਤਾ ਹੀ ਹੈਗਾ, ਉਹਨਾਂ ਦਾ ਵਿਚਾਰਿਆਂ ਦਾ ਉਹ ਤਾਂ ਮਤਲਬ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੈਗਾ। ਪਰ ਕਈ ਜਿਹੜੇ ਹੈਗੇ ਇਸ ਤੋਂ ਜਿਹੜੇ ਹੈਗੇ ਦੇਖ ਲਓ ਕਿੰਨੇ ਜਿਹੜੇ ਹੈਗੇ ਉਹਨਾਂ ਦੇ ਜਿਹੜੀ ਆ ਮਿਊਜ਼ਿਕ ਰਿਕਾਰਡਿੰਗਸ ਔਰ ਇੱਕ ਉਹਦਾ 50 ਹਜ਼ਾਰ ਲੱਖ ਲੈਂਦੇ। ਉਹ ਕਾਹਦੇ ਵਾਸਤੇ? ਕੀ ਕਰਨਾ ਹੈ ਉਹਨਾਂ ਨੇ ਇਸ ਤਰ੍ਹਾਂ ਧਨ ਦੌਲਤ ਇਕੱਠੀ ਕਰਕੇ? ਕੀ ਕਰਨਾ ਹੈ? ਅੱਜ ਜਿਹੜੇ ਸੋ ਕਾਲਡ ਮਹਾਂਪੁਰਖ ਬਣੇ ਬੈਠੇ ਆ, ਕਿੰਨੀਆਂ ਕਾਰਾਂ, ਕਿੰਨੀ ਟੈਰੀਟਰੀ, ਕਿੰਨੀ ਜਿਹੜੀ ਹੈਗੀ ਇਹਨਾਂ ਦੇ ਜਿਹੜੇ ਹੈਗੇ ਪੂਰੇ ਦੇ ਪੂਰੇ ਡੇਰੇ। ਕਾਹਦੇ ਵਾਸਤੇ? ਕਿੰਨਾ ਬੈਂਕ ਬੈਲੈਂਸ ਕਾਹਦੇ ਵਾਸਤੇ? ਆ ਪੜ੍ਹਿਆ, ਆ ਗਿਆਨ ਲਿਆ, ਆ ਗਿਆਨ ਦਾ ਉਪਯੋਗ ਕੀਤਾ। ਕਿਆ ਪੜ੍ਹੀਏ ਕਿਆ ਗੁਨੀਏ। ਦੇਖੋ ਉਹਨਾਂ ਨੂੰ ਵੀ ਮਹਾਰਾਜ ਦੇ ਰਹੇ, ਕਬੀਰ ਜੀ ਉਹਨਾਂ ਤੋਂ ਵੀ ਪੁੱਛ ਰਹੇ ਆ। ਕਿਆ ਪੜ੍ਹੀਏ ਕਿਆ ਗੁਨੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿੰਦੇ ਸਹਿਜ ਅਵਸਥਾ ਤੂੰ ਪ੍ਰੈਕਟੀਕਲ ਕੀਤਾ ਹੀ ਨਹੀਂ, ਸਹਿਜ 'ਚ ਆਇਆ ਨਹੀਂ, ਵਿਚਾਰ ਤੇਰੇ ਬੰਦ ਹੀ ਨਹੀਂ ਹੋਏ ਔਰ ਮਾਲਕ ਤੇਰੀ ਆਤਮਾ ਦੇ ਵਿੱਚ ਸੁਰਤ ਤੇਰੀ ਗਈ ਨਹੀਂ। ਉਹ ਤਾਂ ਵਿਚਾਰ ਜਿਹੜੇ ਲੋਹੇ ਦੀ ਐਸੀ ਮੋਟਾ ਜਿਹੜਾ ਹੈਗਾ ਚਾਦਰ ਹੈਗੀ ਆ। ਉਹ ਤਾਂ ਇੱਕ ਕਿਲੇ ਦੀ ਕੰਧ ਹੈਗੀ ਆ। ਕਿਉਂ ਲੀਜੇ ਗੜ ਬੰਕਾ ਭਾਈ? ਉਹ ਤਾਂ ਗੜ ਹੈਗਾ, ਉਹ ਵਿਚਾਰਾਂ ਦਾ ਤਾਂ ਗੜ ਹੈਗਾ। ਉਹ ਕਿਸ ਤਰ੍ਹਾਂ ਜਾਏਗਾ ਉਸੇ ਪਾਰ? पढ़े सुने क्या होए, जो सहज न मिले सोई, हर का नाम न जपस गवारा। तू प्रैक्टिकल ਤਾਂ ਕਰ ਹੀ ਨਹੀਂ ਰਿਹਾ। ਇਹ ਗਵਾਰ ਤੂੰ ਕਿਹੜੇ ਪਾਸਿਓਂ ਸਮਝਦਾਰ ਹੈਗਾ? ਤੂੰ ਕਿਹੜੇ ਪਾਸਿਓਂ ਗਿਆਨ ਜਿਹੜਾ ਹੈਗਾ ਤੂੰ ਕਿੱਥੇ ਲਿਆ ਗਿਆਨ? ਦੱਸ ਮੈਨੂੰ ਤਾਂ ਗਿਆਨ ਦੇ ਸੀ ਨਹੀਂ ਰਿਹਾ, ਮੈਨੂੰ ਤਾਂ ਗਵਾਰ ਨਜ਼ਰ ਆ ਰਿਹਾ ਤੂੰ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰ। ਤੇ ਕੀ ਸੁੱਚਮ ਕਰ ਰਿਹਾ ਤੂੰ ਇਹਦੇ ਨਾਲ ਸੁੱਚਾ ਹੋ ਜਾਏਗਾ? ਇਹਦੇ ਨਾਲ ਸੁੱਚਾ ਹੋ ਜਾਏਗਾ ਤੂੰ? ਇਹ ਗਿਆਨ ਦੇ ਨਾਲ ਜਿਹੜਾ ਹੈਗਾ ਤੇਰੇ ਮਨ ਦੀ ਮੈਲ ਉਤਰ ਜਾਏਗੀ, ਹੋ ਜਾਏਗਾ ਸੁੱਚਾ ਗਿਆਨ ਦੇ ਨਾਲ। ਹਰ ਕਾ ਨਾਮ ਨ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰ। ਰਹਾਓ ਅੰਧਿਆਰੇ ਦੀਪਕ ਚਾਹੀਏ। ਤੂੰ ਤਾਂ ਹਨੇਰੇ ਦੇ ਵਿੱਚ ਹੀ ਆ ਪਿਆਰਿਆ। ਤੈਨੂੰ ਤਾਂ ਰਸਤਾ ਹੀ ਨਹੀਂ ਪਤਾ, ਤੈਨੂੰ ਤਾਂ ਇਹ ਹੀ ਨਹੀਂ ਪਤਾ ਤੂੰ ਕਰਨਾ ਕੀ ਹੈਗਾ। ਕਦੀ ਕਿਸੇ ਦੇ ਮਗਰ, ਕਦੀ ਕਿਤੋਂ ਇੰਟਰਨੈਟ ਤੋਂ, ਕਦੀ ਕਿਤੋਂ, ਕਦੀ ਕਿਸੇ ਦੀ ਸੁਣਨਾ, ਕਦੀ ਕਿਸੇ ਦੀ ਚੱਕ ਕੇ ਪੋਸਟ ਕਰੀ ਜਾਣਾ ਹੈ। ਇੱਧਰ ਦੀ ਉੱਧਰ ਦੀ ਇੱਧਰ। ਕਮਾ ਲਿਆ। ਇਹਦੇ ਨਾਲ ਕੀ ਫੀਲ ਹੋ ਰਿਹਾ ਤੈਨੂੰ? ਬੜਾ ਜਿਹੜਾ ਹੰਕਾਰ ਫੀਲ ਹੋ ਰਿਹਾ, ਜਿਸ ਤਰ੍ਹਾਂ ਤੂੰ ਹੀ ਹੈਗਾ ਇਹਦਾ ਜਿਹੜਾ ਹੈਗਾ ਕਰਤਾ ਧਰਤਾ। ਇਹ ਤੇਰੇ ਕੋਲੋਂ ਹੀ ਆ ਰਿਹਾ ਸਾਰਾ ਕੁਛ, ਤੇਰਾ ਆਪਣਾ ਹੀ ਹੋਏ। ਜਿਸ ਤਰ੍ਹਾਂ ਇਸ ਤਰ੍ਹਾਂ ਤੂੰ ਜਿਹੜਾ ਫੀਲਿੰਗ ਮਾਰ ਰਿਹਾ ਹੈ।
ਤੇਰੇ ਅੰਦਰ ਤਾਂ ਕੁੱਪ ਹਨੇਰਾ ਹੈਗਾ, ਕੁੱਪ ਹਨੇਰਾ ਹੈਗਾ ਤੇਰੇ ਅੰਦਰ। ਤੈਨੂੰ ਦੀਪਕ ਦੀ ਲੋੜ ਆ ਪਿਆਰਾ। ਇਹ ਦੀਪਕ ਸੀਗਾ ਤੇਰੇ ਕੋਲ, ਇਹ ਦੀਪਕ ਤਾਂ ਤੂੰ ਜਗਾਇਆ ਹੀ ਨਹੀਂ ਹੈ, ਦੀਪਕ ਤਾਂ ਜਗਾਇਆ ਹੀ ਨਹੀਂ ਹੈਗਾ। ਉਹ ਤਾਂ ਉਸ ਤਰ੍ਹਾਂ ਹੋ ਗਈ ਜਿਸ ਤਰ੍ਹਾਂ ਜਿਹੜੇ ਹੈਗੇ ਇੱਕ ਵਿਚਾਰੇ ਜਿਹੜੇ ਹੈਗੇ ਉਹ ਜਿਹੜੇ ਸੀਗੇ ਉਹ ਉਹਨਾਂ ਨੂੰ ਕਹਿੰਦੇ ਆ ਨਾ, ਜਿਹੜੇ ਬਜ਼ੁਰਗ ਸੀਗੇ ਵਿਚਾਰੇ ਜਿਹੜੇ ਹੈਗੇ ਜਿਨ੍ਹਾਂ ਦੀਆਂ ਅੱਖਾਂ ਨਹੀਂ ਹੁੰਦੀਆਂ, ਉਹਨਾਂ ਨੂੰ ਉਰਦੂ ਦੇ ਵਿੱਚ ਵੀ ਕੁਛ ਇੱਕ ਵਰਡ ਕਹਿੰਦੇ ਹੁੰਦੇ ਆ, ਸੂਰਦਾਸ ਨਹੀਂ, ਉਰਦੂ ਦੇ ਵਿੱਚ ਕੋਈ ਵਰਡ ਕਹਿੰਦੇ ਆ, ਉਰਦੂ ਦੇ ਵਿੱਚ। ਤੇ ਉਹ ਸੀਗੇ ਵਿਚਾਰੇ ਇੱਕ ਘਰ ਦੇ ਵਿੱਚ ਸੀਗੇ, ਉਹਨਾਂ ਦੇ ਜਿਹੜੇ ਹੈਗੇ ਮਨਾਖਾ ਕਹਿੰਦੇ ਆ ਜੀ। ਹਾਂ, ਉਹਨਾਂ ਨੂੰ ਕਿਸੇ ਨੇ ਕਹਿਤਾ ਬਈ ਜਿਹੜਾ ਹੈਗਾ ਉਹ ਜਾਂਦੇ ਸੀਗੇ ਆਪਣੀ ਮਸਜਿਦ ਦੇ ਵਿੱਚ, ਤੇ ਉਹ ਇੱਕ ਅਬੀਨਾ ਕਹਿੰਦੇ ਆ ਉਹਨੂੰ, ਉਰਦੂ ਦੇ ਵਿੱਚ ਅਬੀਨਾ ਕਹਿੰਦੇ ਆ, ਜਿਹਦੀਆਂ ਅੱਖਾਂ ਨਹੀਂ ਆ। ਬੀਨਾ ਕਹਿੰਦੇ ਜਿਹਦੀਆਂ ਅੱਖਾਂ ਹੈਗੀਆਂ, ਜਿਹੜਾ ਸਾਰਾ ਕੁਝ ਦੇਖ ਸਕਦਾ, ਉਹਨੂੰ ਅਬੀਨਾ ਕਹਿੰਦੇ ਆ। ਤੇ ਉਹ ਨਾ ਰਸਤੇ ਦੇ ਵਿੱਚ ਨਾ ਕੁਛ ਛੋਟੀ ਵੀ ਸੀਗੀ, ਸਾਰਾ ਕੁਝ ਸੀਗਾ, ਪਰ ਫਿਰ ਵੀ ਜਿਹੜਾ ਠੇਡਾ ਟੁੱਡਾ ਲੱਗ ਜਾਂਦਾ ਸੀ ਕੁਛ। ਤੇ ਉਹਨਾਂ ਦੀ ਨੂੰਹ ਕਹਿੰਦੀ ਕਿ ਜਿਹੜੇ ਹੈਗੇ ਜੋ ਵੀ ਬਾਬਾ ਜੀ ਜੋ ਵੀ ਉਹਨਾਂ ਨੂੰ ਕਹਿੰਦੀ ਕਿ ਤੁਸੀਂ ਨਾ ਲਾਲਟਨ ਲੈ ਜਾਇਆ ਕਰੋ, ਤੇ ਲਾਲਟਨ ਲੈ ਜਾਇਆ ਕਰੋ ਤੇ ਫਿਰ ਉਹਦੇ ਨਾਲ ਠੀਕ ਕਰੋ। ਕਹਿੰਦੀ ਤੂੰ ਮੇਰੇ ਨਾਲ ਮਜ਼ਾਕ ਕਰ ਰਹੀ ਹੈ, ਮੈਨੂੰ ਜਿਹੜਾ ਹੈਗਾ ਮੇਰੀਆਂ ਤਾਂ ਅੱਖਾਂ ਹੈ ਨਹੀਂ ਗਿਆ, ਤੇ ਤੂੰ ਮੈਨੂੰ ਕਹਿ ਰਹੀ ਹੈ ਲਾਲਟਨ ਲੈ ਜਾਇਆ ਕਰੋ। ਤੇ ਉਹ ਫਿਰ ਜਿਹੜਾ ਹੈਗਾ ਨਹੀਂ, ਕਹਿੰਦੀ ਮੈਂ ਨਾ ਤੁਹਾਡੇ ਵਾਸਤੇ ਨਹੀਂ ਕਹਿ ਰਹੀ, ਮੈਂ ਕਹਿ ਰਹੀ ਹਾਂ ਜਿਹੜੇ ਦੂਸਰੇ ਦੂਰੋਂ ਆਉਣਗੇ ਨਾ, ਉਹਨਾਂ ਨੂੰ ਪਤਾ ਲੱਗ ਜਾਏਗਾ ਹਨੇਰੇ ਦੇ ਵਿੱਚ ਬਈ ਤੁਸੀਂ ਲਾਲਟਨ ਵਾਲਾ ਕੋਈ ਆ ਰਿਹਾ। ਤੇ ਉਹਨਾਂ ਨੂੰ ਗੱਲ ਜੱਚ ਗਈ, ਤੇ ਉਹਨਾਂ ਨੇ ਲਾਲਟਨ ਲੈ ਲਈ, ਜਗਾਤੀ ਉਹਨੇ ਲਾਲਟਨ ਵਿਚਾਰੀ ਨੇ। ਰਾਹ ਦੇ ਵਿੱਚ ਇਸ ਤਰ੍ਹਾਂ ਹਵਾ ਚੱਲ ਰਹੀ ਸੀ, ਹਨੇਰੀ ਸੀ, ਲਾਲਟਨ ਬੁਝ ਗਈ। ਉਹ ਸਾਈਕਲ ਵਾਲਾ ਆ ਕੇ ਠਾ ਵੱਜਿਆ ਵਿੱਚ, ਤੇ ਉਹਨੂੰ ਉਹ ਕਹਿੰਦੇ ਦਿਖਦਾ ਨਹੀਂ, ਅੰਨਾ ਹੈ ਤੂੰ, ਤੈਨੂੰ ਇਹ ਲਾਲਟਨ ਨਹੀਂ ਦਿਸੀ? ਕਹਿੰਦਾ ਮਹਾਰਾਜ ਜੀ ਲਾਲਟਨ ਤਾਂ ਬੁਝੀ ਹੋਈ ਸੀਗੀ, ਲਾਲਟਨ ਤਾਂ ਬੁਝੀ ਹੋਈ ਆ। ਬਸ ਉਵੇਂ ਦੀ ਗੱਲ ਆਪਣੇ ਕੋਲ ਆ ਗਈ। ਆਪਾਂ ਨੇ ਵੀ ਲਾਲਟਨ ਜਿਹੜੀ ਹੈ ਬੁਝੀ ਹੋਈ, ਭਾਵੇਂ ਬੁਝੀ ਵੀ ਨਹੀਂ ਰੱਖੀ ਹੋਈ ਆਪਣੇ ਕੋਲ ਤਾਂ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀਏ। ਕਹਿੰਦੇ ਦੀਪਕ ਦੀ ਲੋੜ ਆ ਪਿਆਰਿਆ, ਹਨੇਰਾ ਹੈਗਾ, ਬਾਲ ਲਾ ਦੀਪਕ। ਇਹ ਦੀਪਕ ਲੈ ਕੇ ਘੁੰਮੀ ਜਾ ਰਿਹਾ ਤੂੰ, ਇਹ ਦੀਪਕ ਲੈ ਕੇ ਹੀ ਘੁੰਮੀ ਜਾ ਰਹੇ ਆ। ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਹੀਏ। ਦੀਪਕ ਬਾਲੇਗਾ ਤੇ ਤੈਨੂੰ ਪਤਾ ਲੱਗੂਗਾ ਬਈ ਮੈਂ ਤਾਂ ਪ੍ਰੈਕਟੀਕਲ ਕਰਨਾ ਹੈ, ਮੈਂ ਤਾਂ ਜਿਹੜਾ ਹੈਗਾ ਅੰਦਰ ਆਪਣੇ ਸੁਰਤ ਜਿਹੜੀ ਮੈਂ ਬਾਹਰ ਮੁਖੀ ਹੈਗਾ, ਮੈਂ ਤਾਂ ਅੰਦਰ ਵੜਨੀ ਹੈ, ਮੈਂ ਤਾਂ ਵਿਚਾਰ ਬੰਦ ਕਰਨੇ। ਤਾਂ ਇੱਕ ਵਸਤ ਅਗੋਚਰ ਮਿਲ ਜਾਏਗੀ ਤੈਨੂੰ, ਉਹ ਨਾਮ ਵਾਲੀ ਵਸਤੂ। ਵਸਤ ਅਗੋਚਰ ਪਾਈ, ਘਟ ਦੀਪਕ ਰਿਹਾ ਸਮਾਈ। ਜਿਨ੍ਹਾਂ ਦੇ ਦੀਪਕ ਜਗ ਗਿਆ ਹਿਰਦੇ ਦੇ ਵਿੱਚ, ਉਹਨਾਂ ਨੇ ਵਸਤ ਅਗੋਚਰ ਲੈ ਲਈ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਕਬੀਰ ਜੀ ਕਹਿੰਦੇ ਵਾਹ ਬਈ ਵਾਹ, ਪ੍ਰੈਕਟੀਕਲ ਕੀਤਾ ਤੇ ਮੇਰਾ ਮਨ ਮੰਨ ਗਿਆ, ਜਾਣ ਲਿਆ। ਪ੍ਰੈਕਟੀਕਲ ਕੀਤਾ ਤੇ ਪਤਾ ਲੱਗਿਆ ਵੀ ਕਰਨ ਵਾਲੀ ਚੀਜ਼ ਤਾਂ ਮੈਂ ਕੀਤੀ ਨਹੀਂ, ਕੱਲਾ ਜਿਹੜਾ ਹੈਗਾ ਮੈਂ ਖਾਲੀ ਜਿਹੜਾ ਥਿਓਰੀ ਪੜ੍ਹਦਾ ਰਹਿ ਗਿਆ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਹੁਣ ਪ੍ਰੈਕਟੀਕਲ ਕਰ ਲਿਆ, ਤੇ ਹੁਣ ਜਿਹੜਾ ਹੈਗਾ ਲੋਕਾਂ ਨੂੰ ਦੱਸ ਰਹੇ ਪਾਏ, ਲੋਕਾਂ ਨੂੰ ਵੀ ਦੇ ਰਹੇ, ਕਿਉਂਕਿ ਗਮਰੋੜ ਥੋੜ੍ਹੀ ਨਾ ਹੋਣਾ ਹੈ। ਜਿਨ੍ਹਾਂ ਨੇ ਪ੍ਰੈਕਟੀਕਲ ਕੀਤਾ ਉਹ ਵਿਚਾਰੇ ਜਿਹੜੇ ਹੈਗੇ ਉਹ ਤਾਂ ਤਰਲੇ ਕਰਦੇ ਆ, ਉਹ ਤਾਂ ਆਪਣੇ ਵੱਲੋਂ ਪੈਸੇ ਲਾ ਕੇ ਜਿਹੜੇ ਹੈਗੇ ਕਰਦੇ। ਕੋਈ ਸੰਗਤ ਇਕੱਠੀ ਹੋ ਜਾਏ, ਕੋਈ ਕਰ ਲੈ ਪ੍ਰੈਕਟੀਕਲ। ਆ ਦੇਖੋ ਗੋਰਖੀ ਜੀ ਕਹਿੰਦੇ ਕਿੰਨੇ ਪੈਸੇ ਮੈਂ ਲਾਏ ਵੀ ਮੈਨੂੰ 5 ਬੰਦੇ ਹੀ ਲੱਭ ਜਾਣ। 2000 ਕਿੰਨੇ ਪਤਾ ਨਹੀਂ, ਕਹਿੰਦੇ 15 17 ਪਤਾ ਨਹੀਂ ਕਦੋਂ, ਉਦੋਂ ਦੇ ਜਿਹੜੇ ਹੈਗੇ ਉਹਨਾਂ ਦੇ ਅੰਦਰ ਜਿਹੜਾ ਹੈਗਾ ਇਹ ਮਾਲਕ ਦੀ ਮਿਹਰ ਹੋਈ ਆ, ਤੇ ਕਹਿੰਦੇ ਬੰਦੇ 5 ਵੀ ਨਹੀਂ ਲੱਭੇ ਮੈਨੂੰ। ਮਨ ਮਾਨੇ ਲੋਕ ਨਾ ਭਤੀਜੇ, ਕਹਿੰਦੇ ਨਹੀਂ ਭਤੀਜਣਾ ਲੋਕਾਂ ਨੂੰ ਨਹੀਂ ਵਿਸ਼ਵਾਸ ਆਉਂਦਾ। ਨਾ ਭਤੀਜੇ ਤਾਂ ਕਿਆ ਕੀਜੇ, ਕਹਿੰਦੇ ਮਾਲਕਾ ਮੇਰੇ ਕੋਲ ਤਾਂ ਕੁਛ ਆਪਸ਼ਨ ਨਹੀਂ, ਮੈਂ ਕੀ ਕਰ ਸਕਦਾ ਫਿਰ? ਨਹੀਂ ਭਤੀਜੇ ਤੇ ਮੈਂ ਤਾਂ ਕੁਛ ਨਹੀਂ ਕਰ ਸਕਦਾ ਮਾਲਕਾ, ਮੈਂ ਤਾਂ ਹੋਕਾ ਦੇ ਰਿਹਾ ਤੇਰਾ। ਇਹ ਜੀ ਦੂਸਰਾ ਸ਼ਬਦ ਹੋ ਗਿਆ। ਤੀਸਰਾ ਸ਼ਬਦ ਜਿਹੜਾ ਕਿ ਜਿੱਥੇ ਅੱਜ ਜਿਹੜਾ ਹੈ ਜਿੱਥੋਂ ਗਿਆਨ ਆਪਾਂ ਨੇ ਲੈਣਾ ਸੀਗਾ, ਉਹ ਤੀਸਰਾ ਸ਼ਬਦ ਹੁਣ ਆਪਾਂ ਲੈ ਰਹੇ ਹਾਂ।
ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦੈ ਸਾਧ ਆਇਆ। ਇਹ ਅੰਗ ਜਿਹੜੇ ਹੈਗੇ 599 600 ਤੱਕ ਜਾਂਦਾ ਹੈ। ਇਹ ਯਾਦ ਰਹਿਣਾ ਚਾਹੀਦਾ। ਇਹ ਜਿਹੜਾ 600 ਅੰਗ ਦੇ ਉੱਤੇ 600 ਵਾਲਾ ਜਿਹੜਾ ਹੈਗਾ ਇਹ ਗਿਆਨ ਜਿਹੜਾ ਹੈਗਾ ਸੋਠ ਮਹੱਲਾ ਤੀਜਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੇਵਕ ਸੇਵ ਕਰੈ ਸਭ ਤੇਰੀ ਜਿਨ ਸ਼ਬਦੈ ਸਾਧ ਆਇਆ। ਕਹਿੰਦੇ ਸੇਵਕ ਜਿਹੜੇ ਹੈਗੇ ਆ ਸੇਵਾ ਕਰਦੇ ਆ, ਸਾਰੇ ਸੇਵਾ ਕਰਦੇ ਆ, ਸਾਰੇ ਜਿਹੜੇ ਆਪਣੇ ਆਪਣੇ ਹਿਸਾਬ ਦੇ ਨਾਲ ਆਪਣੀ ਆਪਣੀ ਮੱਤ ਦੇ ਨਾਲ ਜਿਹੜੇ ਹੈਗੇ ਸਾਰੇ ਹੀ ਤੇਰੀ ਸੇਵਾ ਕਰਦੇ ਆ। ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦ ਸਾਧ ਆਇਆ। ਸਿੰਪਲ ਅਰਥ ਕਰੀਏ ਇਹਦੇ ਵੀ ਜਿਨ੍ਹਾਂ ਨੂੰ ਸ਼ਬਦ ਦਾ ਸਵਾਦ ਆ ਗਿਆ ਫਿਰ ਸਾਰਿਆਂ ਨੂੰ ਸ਼ਬਦ ਦਾ ਸਵਾਦ ਆ ਜਾਂਦਾ ਹੈ। ਸ਼ਬਦ ਦਾ ਸਵਾਦ ਤਾਂ ਮੈਨੂੰ ਆਉਂਦਾ ਹੈ, ਉਹ ਤੇ ਏਕ ਆਦ ਹੈ। ਇੱਕ ਔਗਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਉਹ ਤਾਂ ਕੋਈ ਟਾਵਾਂ ਹੀ ਹੁੰਦਾ ਹੈ। ਫਿਰ ਕੀ ਭੇਤ ਹੈਗਾ। ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦ ਹੈ ਸਾਧ ਆਇਆ। ਕਹਿੰਦੇ ਜਿਨ੍ਹਾਂ ਨੂੰ ਸ਼ਬਦ ਦੇ ਨਾਲ ਸਵਾਦ ਆ ਗਿਆ, ਜਿਨ੍ਹਾਂ ਨੂੰ ਸ਼ਬਦ ਦੇ ਨਾਲ ਸਵਾਦ ਆ ਗਿਆ ਉਹੀ ਸੇਵਾ ਆ, ਉਹੀ ਸੇਵਾ ਆ। ਉਹਨਾਂ ਦੀ ਸੇਵਾ ਕੀਤੀ ਸਫਲ ਆ। ਉਹਨਾਂ ਨੇ ਸਹੀ ਤਰੀਕੇ ਦੇ ਨਾਲ ਸੇਵਾ ਪ੍ਰੈਕਟੀਕਲ ਕੀਤਾ ਹੈ। ਉਹਨਾਂ ਦੀ ਸੇਵਾ ਉਹਨਾਂ ਨੂੰ ਸਵਾਦ ਆ ਗਿਆ। ਫਿਰ ਮਹਾਰਾਜ ਜੀ ਮੈਨੂੰ ਕੀ ਪ੍ਰੋਬਲਮ ਹੈਗੀ ਆ, ਮੇਰੀ ਕੀ ਕਮੀ ਹੈ ਮਹਾਰਾਜ ਜੀ। ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦੇ ਸਾਧ ਆਇਆ। ਮਹਾਰਾਜ ਮੈਨੂੰ ਕਿਉਂ ਨਹੀਂ ਸਵਾਦ ਆ ਰਿਹਾ। ਸੇਵਕ ਸੇਵ ਕਰੇ ਸਭ ਤੇਰੀ ਜਿਨ ਸ਼ਬਦੈ ਸਾਧ ਆਇਆ। ਤੂੰ ਭਾਈ ਆ ਦੇਖ ਅੱਗੇ 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 ਦੇਖ। ਆ ਹੁਣ ਜਵਾਬ ਦੇ ਰਿਹਾ ਮਹਾਰਾਜ। ਆਪਾਂ ਨੂੰ ਕਿਉਂ ਨਹੀਂ ਸਵਾਦ ਆਇਆ, ਆਪਾਂ ਨੂੰ ਕਿਉਂ ਨਹੀਂ ਸਵਾਦ ਆਇਆ, ਕਿਉਂ ਨਹੀਂ ਆ ਰਿਹਾ ਸਵਾਦ। ਗੁਰ ਕਿਰਪਾ ਤੇ ਨਿਰਮਲ ਹੋਆ। ਕਹਿੰਦੇ ਗੁਰੂ ਦੀ ਕਿਰਪਾ ਲੈਣੀ ਸੀਗੀ ਤੇ ਤਾਂ ਨਿਰਮਲ ਹੋਣਾ ਸੀਗਾ। ਤੂੰ ਗੁਰੂ ਦੇ ਅਨੁਸਾਰ ਗੁਰੂ ਦੀ ਕਿਰਪਾ ਲਈ। ਮਹਾਰਾਜ ਜੀ ਗੁਰੂ ਦੀ ਕਿਰਪਾ ਮੈਂ ਤਾਂ ਬਥੇਰਾ ਜਿਹੜਾ ਹੈਗਾ ਬਾਣੀ ਜਿਹੜੀ ਹੈਗੀ ਬਥੇਰੀ ਪੜ੍ਹੀ ਆ, ਬਥੇਰੀ ਗਾਈ ਆ। ਜਿਨ ਵਿੱਚੋਂ ਆਪ ਗਵਾਇਆ। ਤੂੰ ਆ ਕੰਮ ਕੀਤਾ ਆ, ਆਪਣੀ ਹਉਮੈ ਜਿਹੜੀ ਹੈ ਦੇਖਿਆ ਆ, ਆਪਣੀ ਆਕੜ ਦੇਖੀ ਆ। ਗੁਰ ਕਿਰਪਾ ਆਪਣੀ ਮੱਤ ਛੱਡੀ ਆ ਤੂੰ। ਗੁਰ ਕਿਰਪਾ ਤੇ ਨਿਰਮਲ ਹੋਆ। ਜਿਹਨੇ ਲੱਗਿਆ ਹੋਇਆ, ਜਿਹਨੇ ਜਿਹੜਾ ਹੈਗਾ ਬੜਾ ਖਤਰਨਾਕ ਹੈਗਾ ਭਾਈ। ਉੱਪਰ ਵੀ ਜਿਨ ਲੱਗਿਆ ਹੋਇਆ। ਜਿਨ ਸ਼ਬਦੇ ਸਾਧ ਆਇਆ। ਹੁਣ ਪਤਾ ਲੱਗ ਜਾਏਗਾ ਉੱਪਰ ਜਿਨ ਦਾ ਕੀ ਮਤਲਬ ਹੈ। ਗੁਰ ਕਿਰਪਾ ਤੇ ਨਿਰਮਲ ਹੋਆ ਜਿਹਨੇ ਵਿੱਚੋਂ ਆਪ ਗਵਾਇਆ। ਅੱਛਾ ਵਿੱਚੋਂ ਆਪ ਮਹਾਰਾਜ ਜੀ ਇਹ ਕਿਵੇਂ ਜਾਣਾ ਸੀਗਾ। ਅਨਦਿਨ ਗੁਣ ਗਾਵੈ ਨਿਤ ਸਾਚੇ ਗੁਰ ਕੇ ਸ਼ਬਦੇ ਸੁਹਾਇਆ। ਅਨਦਿਨ ਗੁਣ ਗਾਉਣੇ ਸੀ। ਗੁਣ ਗਾਉਣੇ ਤਾਂ ਮੈਂ ਰੋਜ਼ ਹੀ ਗਾ ਰਿਹਾ ਮਹਾਰਾਜ ਜੀ। ਬਸ ਇੱਥੇ ਫੇਰਿਆ ਸਦਾ ਸਦਾ ਗੁਣ ਗਾਈਏ ਜਪੇ ਨਾਮ ਮੁਰਾਰੀ। ਕਹਿੰਦੇ ਧਿਆਨ ਸਿਮਰਨ ਪ੍ਰੈਕਟੀਕਲ ਰੋਜ਼ ਕਰਨਾ ਸੀਗਾ। ਇਹਨੂੰ ਗੁਣ ਗਾਉਣੇ ਕਹਿ ਰਹੀ ਹੈ ਬਾਣੀ। ਅਨਦਿਨ ਗੁਣ ਗਾਵੈ ਨਿਤ ਸਾਚੇ। ਸਾਚੇ ਗੁਰ ਕੈ ਸ਼ਬਦ ਸੁਹਾਇਆ। ਗੁਰੂ ਦੇ ਸ਼ਬਦ ਦੇ ਨਾਲ ਸੁਹਾ ਜੀਵਨ ਤੇਰਾ ਸੋਹਣਾ ਹੋ ਜਾਣਾ ਸੀਗਾ। ਤੈਨੂੰ ਵੀ ਸਵਾਦ ਆ ਜਾਣਾ ਸੀਗਾ। ਤੇਰੀ ਵੀ ਹਉਮੈ ਚਲੀ ਜਾਣੀ ਸੀਗੀ। ਇੱਕ ਵਾਰੀ ਇਸ ਬੰਦ ਨੂੰ ਫਿਰ ਲੈ ਲੈਣਾ ਪੂਰਾ। ਇਸ ਤੋਂ ਬਾਅਦ ਅੱਗੇ ਚੱਲਾਂਗੇ ਆਪਾਂ। ਸੇਵਕ ਸੇਵ ਕਰੈ ਸਭ ਤੇਰੀ ਜਿਨ ਸ਼ਬਦੈ ਸਾਧ ਆਇਆ। ਉਹਨਾਂ ਦੀ ਸੇਵਾ ਆ ਭਾਈ ਜਿਨ੍ਹਾਂ ਨੂੰ ਸਵਾਦ ਆ ਗਿਆ। ਸਾਧ ਦਾ ਮਤਲਬ ਸਵਾਦ ਸ਼ਬਦ ਦੇ ਦੁਆਰਾ, ਇਹ ਧਿਆਨ ਸਿਮਰਨ ਦੇ ਦੁਆਰਾ, ਇਹ ਪ੍ਰੈਕਟੀਕਲ ਦੇ ਦੁਆਰਾ। ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ। ਅਨਦਿਨ ਗੁਣ ਗਾਵੇਂ ਨਿਤ ਸਾਚੇ ਗੁਰ ਕੇ ਸ਼ਬਦੇ ਸੁਹਾਇਆ। ਮੇਰੇ ਠਾकुर ਹਮ ਬਾਰਿਕ ਸ਼ਰਨ ਤੁਮਾਰੀ। हे ਮੇਰੇ ਮਾਲਕਾ, हे ਮੇਰੇ ਮਾਲਕਾ, ਅਸੀਂ ਤਾਂ ਬੱਚੇ ਹੈਗੇ ਹਾਂ, ਅਸੀਂ ਤਾਂ ਬੱਚੇ ਹਾਂ ਮਾਲਕਾ, ਪਰ ਤੇਰੀ ਸ਼ਰਨ ਦੇ ਵਿੱਚ ਹੈਗੇ ਹਾਂ। ਤੇਰੀ ਸ਼ਰਨ ਦੇ ਵਿੱਚ ਆ, ਤੇਰੀ ਸ਼ਰਨ ਦੇ ਵਿੱਚ ਆ ਮਾਲਕਾ।
ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਕਹਿੰਦਾ ਤੂੰ ਹੀ ਸੱਚਾ ਹੈ ਮਾਲਕਾ, ਹੋਰ ਕੋਈ ਸੱਚਾ ਨਹੀਂ ਹੈ। ਜਿਹੜੇ ਤੇਰੇ ਨਾਲ ਮਿਲ ਜਾਂਦੇ ਉਹ ਸੱਚੇ ਹੋ ਜਾਂਦੇ, ਤੇਰਾ ਰੂਪ ਹੀ ਹੋ ਜਾਂਦੇ ਆ। ਜਿਹੜੇ ਸਰੀਰ ਦੀ ਪਕੜ ਤੋਂ ਆਜ਼ਾਦ ਹੋ ਜਾਂਦੇ, ਜਿਹੜੇ ਵਿਚਾਰਾਂ ਦੀ ਪਕੜ ਤੋਂ ਆਜ਼ਾਦ ਹੋ ਜਾਂਦੇ। ਇਹ ਵਿਚਾਰ ਹੀ ਤਾਂ ਝੂਠ ਹੈਗੇ। ਇਹ ਜਿਹੜੀ ਸਾਰੀ ਪ੍ਰਕਿਰਤੀ ਸ੍ਰਿਸ਼ਟੀ ਬਣੀ ਹੋਈ ਆ, ਇਹ ਝੂਠ ਦੇ ਨਾਲ ਬਣੀ ਹੋਈ ਆ। ਇਹਦੇ ਵਿਚਾਰ ਆ ਸਾਰੇ ਦੇ ਸਾਰੇ, ਇਸ ਆਕਾਰ ਦੇ ਵਿਚਾਰ ਆ, ਔਰ ਆਕਾਰ ਝੂਠ ਹੈਗਾ। ਸਾਇੰਸ ਵਾਲਿਆਂ ਨੂੰ ਪੁੱਛ ਲਓ ਭਾਈ, ਕਿਸੇ ਨੂੰ ਸਾਇੰਸ ਵਾਲਿਆਂ ਨੂੰ ਪੁੱਛ ਲਓ ਕਿ ਇਹ ਜਿਹੜਾ ਮੈਟਰ ਹੈਗਾ ਇਹ ਕੀ ਹੈਗਾ। ਨਹੀਂ ਤਾਂ ਇੰਟਰਨੈਟ 'ਤੇ ਦੇਖ ਲਓ ਕੀ ਆ, ਕਿਸ ਤਰ੍ਹਾਂ ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ, ਇਹ ਪੋਜ਼ੀਟਿਵ ਨੈਗੇਟਿਵ ਐਨਰਜੀ ਸਾਰੀ ਦੀ ਸਾਰੀ ਹੈਗੀ ਹੈ। ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਤੂੰ ਆਪ ਸੱਚਾ ਹੈ ਮਾਲਕਾ, ਤੂੰ ਆਪ ਸੱਚਾ ਹੈ। ਔਰ ਤੇਰੀ ਕਣੀ ਸਾਡੇ ਅੰਦਰ ਵੀ ਹੈਗੀ, ਸਾਡੀ ਆਤਮਾ ਉਹ ਵੀ ਸੱਚ ਹੈ। ਔਰ ਸੁਰਤ ਮਿਲੀ ਹੋਈ ਹੈ ਆਪਾਂ ਨੂੰ ਉਸ ਆਤਮਾ ਨੂੰ, ਆਤਮਾ ਦੇ ਵਿੱਚ ਲੀਨ ਹੋਣ ਵਾਸਤੇ। ਇਹ ਵਿਚਾਰ, ਇਹ ਝੂਠ, ਇਹਨੂੰ ਜਿਹੜਾ ਹੈਗਾ ਕ੍ਰਾਸ ਕਰਨ ਵਾਸਤੇ, ਇਸ ਆਕਾਰ ਨੂੰ, ਇਹੀ ਮਨ ਹੈਗਾ। ਇਸੇ ਤੋਂ ਮਨ ਬਣਿਆ, ਇਸੇ ਆਕਾਰ ਤੋਂ ਤਾਂ ਮਨ ਬਣਿਆ ਹੋਇਆ। ਇਹ ਆਕਾਰ ਦੀ ਖਿੱਚ ਹੈਗੀ, ਇਹੀ ਵਿਚਾਰ ਹੈਗੇ, ਇਹੀ ਮਨ ਹੈਗਾ। ਇਸੇ ਨੂੰ ਪਾਰ ਕਰਨਾ ਹੈ ਆਪਾਂ ਨੇ, ਇਹਦੇ ਵਿੱਚ ਵੜਨਾ ਹੈ, ਇਹਦੇ ਵਿੱਚੋਂ ਦੀ ਤਾਂ ਰਸਤਾ ਹੈ। ਇਹ ਤਾਂ ਚਾਰ ਸਫੇਰੇ ਹੈਗਾ। ਇਹਨੂੰ ਕਿਵੇਂ ਆਪਾਂ ਜਿਹੜਾ ਇੱਕ ਪਰਟੀਕੂਲਰ ਜਗ੍ਹਾ 'ਤੇ ਥੋੜ੍ਹੀ ਨਾ, ਇੱਕ ਪਾਸੇ ਨੂੰ ਹੈਗਾ ਕੰਧ ਹੈਗੀ ਇਹਦੀ, ਵੀ ਦੂਜੇ ਪਾਸੇ ਨੂੰ ਹੋ ਲੈਂਦੇ ਆਪਾਂ, ਚੱਲ ਉੱਪਰ ਦੀ ਹੋ ਲੈਂਦੇ, ਗੇੜਾ ਕੱਢ ਲੈਂਦੇ। ਇਹ ਤਾਂ ਪਿਆਰਿਆ ਬਿਲਕੁਲ ਬਾਲ ਵਾਂਗੂ ਪੂਰੀ ਤਰ੍ਹਾਂ ਤੇਰੇ ਛਾਇਆ ਹੋਇਆ ਚਾਰੋਂ ਪਾਸੇ। ਜਾਣਾ ਤੈਨੂੰ ਇਹਨੂੰ ਪਾਰ ਕਰਕੇ ਹੀ ਜਾਣਾ ਪੈਣਾ। ਵਿਚਾਰ ਜਿਹੜੇ ਤੇਰਾ ਇਸ ਤਰ੍ਹਾਂ ਜਿਹੜੇ ਉਹਨਾਂ ਨੇ ਤੈਨੂੰ ਲਪੇਟਿਆ ਹੋਇਆ। ਮੇਰੇ ਠਾकुर ਹਮ ਬਾਰਕ शरण तुम्हारी, ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਤੂੰ ਆ ਮਾਲਕਾ। ਔਰ ਮੁਰਾਰੀ ਲਿਖਿਆ ਹੋਇਆ। ਮੁਰਾਰੀ ਕਹਿੰਦੇ ਆ ਜਿਹੜਾ ਦੂਜਿਆਂ ਦੇ ਜਿਹੜੀ ਹੈ ਕਾਲਕ ਨੂੰ ਦੂਰ ਕਰ ਦਿੰਦਾ ਹੈ। ਮੁਰਾਰੀ ਉਹ ਹੈਗਾ ਜਿਹੜਾ ਮੁਰ ਦਿੰਦਾ ਹੈ, ਜਿਹੜੇ ਪਾਪਾਂ ਨੂੰ ਜਿਹੜੇ ਹੈਗੇ ਇਹ ਕਾਰਨ ਸਰੀਰ ਨੂੰ ਨਸ਼ਟ ਕਰਨ ਵਾਲਾ। ਰਹਾਓ ਜਾਗਤ ਰਹੇ ਤਿਨੀ ਪ੍ਰਭ ਪਾਇਆ, ਸ਼ਬਦੇ ਹਉਮੈ ਮਾਰੀ। ਆ ਉੱਪਰ ਦੇਖਿਆ ਸੀ ਹਉਮੈ ਦੀ ਗੱਲ ਕਰ ਰਹੇ ਸੀ ਮਹਾਰਾਜ। ਕਹਿੰਦੇ ਹੁਣ ਜਿਹੜੇ ਹੈਗੇ ਜਿਹੜੇ ਜਾਗ ਗਏ। ਜਾਗਣਾ ਕੀ ਹੈਗਾ? ਜਿਹੜੇ ਪ੍ਰੈਕਟੀਕਲ ਕਰਦੇ ਆ, ਜਿਨ੍ਹਾਂ ਨੇ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਜਿਨ੍ਹਾਂ ਨੇ ਉਹਦੇ 'ਚ ਗੁਣ ਕੱਢ ਲਏ। ਆ ਧਿਆਨ ਸਿਮਰਨ, ਆ ਪ੍ਰੈਕਟੀਕਲ ਕਰਨ ਵਾਲਾ ਗੁਣ ਕੱਢ ਲਿਆ ਜਿਨ੍ਹਾਂ ਨੇ, ਉਹ ਜਾਗਦੇ ਆ। ਜਿਨ੍ਹਾਂ ਨੇ ਆਪਣੀ ਹਉਮੈ ਜਿਹੜੀ ਹੈਗੀ ਉਹਨੂੰ ਦੇਖਣਾ ਸ਼ੁਰੂ ਕਰ ਦਿੱਤਾ। ਨਿਮਰਤਾ ਤੇ ਵਿੱਚ ਆ ਗਏ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨੂੰ ਸੰਕੋਚ ਦੇ ਨਾਲ ਜਿਹੜਾ ਹੈਗਾ ਇਹਨੂੰ ਵਰਤਣ ਲੱਗ ਪਏ। ਵੀਰ ਜੀ, ਜਿੰਨੀ ਦੇਰ ਆਪਣੀ ਸੁਰਤ ਨਾਮ ਨਾਲ ਲੱਗੀ ਆ, ਮੈਂ ਤਾਂ ਸੋਚਦਾ ਉਨੀ ਕੁ ਦੇਰ ਹੀ ਜਾਗਦੇ ਆ। ਬਿਲਕੁਲ ਸਹੀ ਆ, ਬਿਲਕੁਲ ਸਹੀ ਆ। ਇਹ ਇਸੇ ਦੇ ਨਾਲ ਜਿਹੜਾ ਹੈ ਨਾ ਆਪਾਂ ਨੇ ਪ੍ਰੈਕਟੀਕਲ ਰੋਜ਼ ਕਰੀ ਜਾਣਾ। ਇਸੇ ਦੇ ਨਾਲ ਜਿਹੜਾ ਹੈਗਾ ਉਹ ਵਿਚਾਰ ਮੰਡਲ ਕ੍ਰਾਸ ਹੋ ਜਾਣਾ ਹੈ। ਫਿਰ ਆਪਾਂ ਨੇ ਹਮੇਸ਼ਾ ਵਾਸਤੇ ਜਾਗ ਜਾਣਾ ਹੈ। ਇਹ ਬਸ ਆਪਸ਼ਨ ਕੋਈ ਨਹੀਂ ਹੈ ਹੋਰ ਕੋਈ। ਬਸ ਆਪਾਂ ਦੇਖੋ ਪੱਥਰ ਦਾ ਐਗਜ਼ਾਮਪਲ ਦਿੱਤਾ ਸੀਗਾ ਵੀ ਐਡੀ ਵੱਡੀ ਚੱਟਾਨ ਹੈ। ਉਹ ਬੱਚਾ ਪੁੱਛਦਾ ਹੈ ਬਾਪੂ ਆ ਕਾਹਦੇ ਵਾਸਤੇ ਜਿਹੜਾ ਇੰਨੇ ਬੰਦੇ ਲਾਏ ਹੋਏ ਆ ਤੂੰ ਜਿਹੜੇ ਹੈਗੇ ਆ ਜਿਹੜੇ ਆ ਪੱਥਰਾਂ ਦਾ ਕੰਮ ਕਰ ਰਹੇ ਆ ਅਤੇ ਇਹ ਟੁੱਟੂਗਾ ਐਡਾ ਹਥੌੜਾ ਦਾ ਬੁੜਕ ਕੇ ਜਾਂਦਾ। ਬਾਰ ਕਹਿੰਦਾ ਮਾਰ ਕੇ ਦੇਖ ਥੋੜ੍ਹੀ ਦੇਰ ਬਾਅਦ ਵੇਟ ਕਰ ਲਾ ਹਾਲੇ। ਉਹ ਦੇਖਿਆ ਉਹਨੇ ਉਹ ਚੱਟਾਨ ਜਿਹੜੀ ਹੈਗੀ ਪੂਰੀ ਦੀ ਪੂਰੀ ਅੰਦਰ ਕਰੈਕ ਪਈ ਜਾ ਰਹੀ। ਕਹਿੰਦੇ ਇਹਦੇ ਅੰਦਰ ਕਰੈਕ ਪੈ ਰਿਹਾ ਕਰੈਕ, ਔਰ ਉਹ ਟੁੱਟ ਗਈ। ਐਵੇਂ ਦੀ ਗੱਲ ਹੈਗੀ ਭਾਈ ਸਾਹਿਬ ਜੀ। ਠੀਕ ਹੈ। ਹਾਂਜੀ। ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ ਰਹਾਓ, ਜਾਗਤ ਰਹੇ ਤਿਨੀ ਪ੍ਰਭ ਪਾਇਆ। ਬਸ ਆਹ ਦੇਖ ਲਓ, ਬਸ ਹੋਰ ਕੋਈ ਆਪਸ਼ਨ ਹੀ ਨਹੀਂ ਹੈ ਆਪਣੇ ਕੋਲ। ਆਪਾਂ ਨੇ ਤਾਂ ਦਰ ਦੇ ਉੱਤੇ ਜਾ ਕੇ ਬੈਠ ਜਾਣਾ ਹੈ, ਮੰਗਤੇ ਵਾਂਗੂ ਬੈਠੇ ਰਹਿਣਾ। ਬਸ ਦਏ ਨਾ ਦਏ ਬਸ ਬੈਠੇ ਰਹਿਣਾ। ਜਿੰਨੀ ਦੇਰ ਤੱਕ ਬੈਠ ਸਕਦੇ ਹਾਂ ਬੈਠਣਾ ਹੈ ਬਸ। ਜਾਗਤ ਰਹੇ ਤਿਨੀ ਪ੍ਰਭ ਪਾਇਆ, ਸ਼ਬਦੇ ਹਉਮੈ ਮਾਰੀ। ਬਸ ਮਾਲਕ ਦਾ ਧਿਆਨ ਕਰਨਾ, ਆਪਣੀ ਆਤਮਾ ਦਾ ਧਿਆਨ ਕਰਨਾ, ਵਿਚਾਰ ਬੰਦ ਕਰਨੇ, ਕ੍ਰਾਸ ਹੋ ਜਾਏਗਾ। ਸ਼ਬਦ ਦੇ ਦੁਆਰਾ ਹਉਮੈ ਮਰ ਜਾਏਗੀ। ਆਹੀ ਸ਼ਬਦ ਆ ਪਾਈ, ਇਸੇ ਦੇ ਨਾਲ ਹਉਮੈ ਮਰਨੀ ਹੈ। ਆ ਧਿਆਨ ਸਿਮਰਨ ਆਹੀ ਸਾਰਾ ਕੁਛ ਹੈਗਾ। ਗ੍ਰਹੀ ਮੈਂ ਸਦਾ ਹਰ ਜਨ ਉਦਾਸੀ, ਗਿਆਨ ਤੱਤ ਵਿਚਾਰੀ। ਗ੍ਰਸਤੀ ਦੇ ਵਿੱਚ ਰਹਿ ਕੇ ਉਦਾਸ ਰਹਿਣਾ ਹੈ ਮਾਇਆ ਤੋਂ, ਇਹ ਵਿਚਾਰਾਂ ਤੋਂ, ਇਹ ਆਕਾਰ ਤੋਂ। ਇਹ ਤਾਂ ਥੋੜ੍ਹੇ ਸਮੇਂ ਬਾਅਦ ਹੀ ਥੋੜ੍ਹੀ ਦੇਰ ਆਪਾਂ ਬੈਠਦੇ ਹਾਂ ਅਤੇ
ਵਿਚਾਰ ਜਿਹੜੇ ਹੈਗੇ, ਥੋੜ੍ਹੇ ਜਿਹੇ ਵਿਚਾਰ ਘਟ ਗਏ ਅਤੇ ਅੰਦਰੋਂ ਜਿਹੜੇ ਹੈਗੇ ਉਹ ਸੁਣ ਦਾ ਸ਼ਬਦ ਸ਼ੁਰੂ ਹੋ ਜਾਂਦਾ। ਸੁਣ ਦਾ ਸ਼ਬਦ ਉਹ ਤਾਂ ਬਿਲਕੁਲ ਜਿਹੜਾ ਹੈਗਾ ਉਹ ਤਾਂ ਟਿਕਾ ਦੇ, ਉਹ ਪਤਾ ਹੀ ਵੀ ਨਹੀਂ ਲੱਗਦਾ ਸਮਾਂ ਕਿੰਨਾ ਕੁ ਲੰਘ ਗਿਆ, ਘੰਟੇ 2 ਘੰਟੇ, ਉਹਦੇ ਨਾਲ ਤਾਂ ਬੈਠੇ ਬੈਠੇ ਕਿੰਨਾ ਸਮਾਂ ਹੋ ਜਾਂਦਾ ਪਤਾ ਵੀ ਨਹੀਂ ਲੱਗਦਾ। ਜਾਗਤ ਰਹੇ ਤਿਨੀ ਪ੍ਰਭ ਪਾਇਆ, ਸ਼ਬਦੇ ਹਉਮੈ ਮਾਰੀ, ਗ੍ਰਹੀ ਮੈਂ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ। ਕਿਹੜੇ? ਜਿਨ੍ਹਾਂ ਨੇ ਗਿਆਨ ਨੂੰ, ਤੱਤ ਨੂੰ ਵਿਚਾਰ ਲਿਆ। ਜਿਨ੍ਹਾਂ ਨੇ ਵਿਚਾਰ ਲਿਆ ਬਈ ਆ ਕਾਹਦੇ ਵਾਸਤੇ ਹੈ, ਕਿਆ ਪੜ੍ਹੀਏ ਕਿਆ ਗੁਣੀਏ, ਕਾਹਦੇ ਵਾਸਤੇ ਪੜ੍ਹਨਾ ਅਤੇ ਗੁਣਨਾ, ਕੀ ਗੁਣ ਕੱਢਣਾ, ਉਹਨਾਂ ਨੇ ਕੱਢ ਲਿਆ ਗੁਣ, ਉਹਨਾਂ ਨੇ ਪੜ੍ਹ ਲਿਆ। ਗ੍ਰਹੀ ਮੈਂ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ, ਸਤਿਗੁਰ ਸੇਵ ਸਦਾ ਸੁਖ। ਆਹੀ ਸਤਿਗੁਰੂ ਦੀ ਸੇਵਾ ਹੈਗੀ, ਪ੍ਰੈਕਟੀਕਲ ਕਰਨਾ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਮੇਸ਼ਾ ਵਾਸਤੇ ਸੁਖੀ ਹੋ ਗਏ। ਸੁਰਤ ਜਿਹੜੀ ਹੈਗੀ ਵਿਚਾਰ ਮੰਡਲ ਕ੍ਰਾਸ ਕਰ ਗਈ। ਹਰ ਰਾਖਿਆ ਉਰ ਧਾਰੀ, ਔਰ ਪਰਮਾਤਮਾ ਉਰ ਦੇ ਵਿੱਚ ਰੱਖਿਆ। ਇਸ ਨੂੰ ਟਾਪ ਪ੍ਰਾਇਰਟੀ ਦਿੱਤੀ। ਆਪਣੇ ਅੰਦਰ ਜਿਹੜਾ ਹੈਗਾ ਵੀ ਮੈਂ ਸਰੀਰ ਨਹੀਂ ਹੈਗਾ, ਮੇਰੇ ਅੰਦਰ ਮਾਲਕ ਹੈਗਾ, ਮੈਂ ਉਹ ਹੈਗਾ ਆ, ਮੈਂ ਸਰੀਰ ਨਹੀਂ ਹੈਗਾ। ਬਸ ਜੇ ਸਰੀਰ ਨਹੀਂ ਹੈਗਾ, ਡਰਾਪ ਕਰਤਾ ਸਰੀਰ ਦੇ ਵਿਚਾਰਾਂ ਨੂੰ ਡਰਾਪ ਕਰ ਦਿਓ, ਬਾਕੀ ਕੀ ਰਹਿ ਗਿਆ? ਬਾਕੀ ਖਤਮ। ਆਤਮਾ ਉਹੀ ਯਾਤਰਾ ਹੈਗੀ। ਇਹ ਮਨੁਆ ਦਹਿ ਦਿਸ ਧਾਮਦਾ, ਦੂਜੇ ਪਾਏ ਖਵਾਇਆ। ਮਾਲਕ ਕਹਿੰਦੇ, ਮਹਾਰਾਜ ਕਹਿ ਰਹੇ, ਕਹਿੰਦੇ ਬਿਲਕੁਲ ਮਨ ਤਾਂ 10 ਦਿਸ਼ਾਵਾਂ ਦੇ ਵਿੱਚ ਦੌੜਦਾ ਹੈ, ਕਿਉਂਕਿ ਇਹਨੂੰ ਆਕਾਰ ਦਾ, ਵਿਚਾਰਾਂ ਦਾ, ਦੂਜੇ ਦਾ ਪਿਆਰ ਹੈ, ਦੂਜੇ ਦੇ ਨਾਲ ਭਾਏ ਹੈਗਾ। ਭਾਏ ਮਤਲਬ ਪਿਆਰ। ਪਰ ਕਹਿੰਦੇ ਦੌੜਦਾ ਤਾਂ ਹੈਗਾ, ਪਰ ਖੁਆਰ ਹੁੰਦਾ ਹੈ। ਦੌੜਦਾ ਤਾਂ ਹੈਗਾ, ਮੰਨ ਲਿਆ ਮਾਲਕ ਨੇ ਹੀ ਤਾਂ ਗੇਮ ਪਾਈ ਹੋਈ ਹੈ, ਪਰ ਖੁਆਰ ਹੁੰਦਾ ਹੈ। ਇਹ ਮਨੁਆ ਮਹਾਰਾਜ ਵੀ ਤਾਂ ਐਡਮਿਟ ਕਰ ਰਹੇ ਆ ਨਾ, ਬਿਲਕੁਲ ਆਹ ਪ੍ਰੋਬਲਮ ਤਾਂ ਦੱਸ ਹੀ ਰਹੇ ਆ। ਇਹ ਮਨੁਆ ਦਹਿ ਦਿਸ ਧਾਮ ਦਾ, ਚੌਥੀ ਪਾਤਸ਼ਾਹੀ ਬੋਲ ਰਹੀ ਹੈ, ਨਹੀਂ ਪੈਂਤੀ ਪਾਤਸ਼ਾਹੀ ਕਿ ਤੀਸਰੀ ਪਾਤਸ਼ਾਹੀ ਬੋਲ ਰਹੀ ਹੈ। ਇਹ ਮਨੁਆ ਦਹਿ ਦਿਸ ਧਾਮ ਦਾ, ਦੂਜੇ ਪਾਏ ਖੁਆਇਆ। ਮਨਮੁਖ ਮੁਗਧ ਹਰ ਨਾਮ ਨਾ ਚੇਤੇ। ਕਹਿੰਦੇ ਪ੍ਰੈਕਟੀਕਲ ਨਹੀਂ ਕਰਦਾ, ਫਿਰ ਮਨਮੁਖ ਆ, ਮੁਗਧ ਹੈਗਾ। ਮਨਮੁਖ ਮੈਜੋਰਟੀ ਹੈਗੀ, ਕਹਿੰਦੇ ਮੁਗਧ ਹੈਗੇ। ਮੁਗਧ ਕਹਿੰਦੇ ਜਿਹੜੇ ਕਿਸੇ ਤੋਂ ਕਹਿੰਦੇ ਨਾ, ਉਹਨੂੰ ਦੇਖ ਕੇ ਮੁਗਧ ਹੋ ਗਿਆ, ਭਾਈ ਮੰਤਰ ਮੁਗਧ ਹੋ ਗਿਆ। ਬਸ ਕੁਛ ਚੇਤਾ ਹੀ ਨਹੀਂ ਰਿਹਾ ਕੀ ਕਰਨਾ ਸੀਗਾ, ਉਹ ਆਪਣਾ ਸਾਰਾ ਕੁਛ ਭੁੱਲ ਕੇ ਬੈਠ ਕੇ ਡਰਾਮਾ ਹੀ ਦੇਖਦਾ ਰਹਿ ਗਿਆ, ਮੰਤਰ ਮੁਗਧ ਹੋ ਗਿਆ। ਮਨਮੁਖ ਮੁਗਧ ਹਰ ਨਾਮ ਨਾ ਚੇਤੈ, ਬਿਰਥਾ ਜਨਮ ਗਵਾਇਆ। ਬਸ ਪ੍ਰੈਕਟੀਕਲ ਨਹੀਂ ਕਰਦਾ, ਔਰ ਜਨਮ ਬਿਰਥਾ ਗਵਾ ਦਿੱਤਾ। ਮਨੁੱਖ ਸਰੀਰ ਮਿਲਿਆ ਸੀਗਾ, ਪ੍ਰੈਕਟੀਕਲ ਕੀਤਾ ਹੀ ਨਹੀਂ। ਇੱਕ ਸੈਕਿੰਡ ਜੀ, ਪਾਣੀ ਲੈ ਲਓ। ਅੱਜ ਥੋੜਾ ਸਮਾਂ ਹੋਏਗਾ ਜੀ। ਮਨਮੁਖ ਮੁਗਧ ਹਰ ਨਾਮ ਨਾ ਚੇਤੈ, ਬਿਰਥਾ ਜਨਮ ਗਵਾਇਆ। ਸਤਿਗੁਰ ਭੇਟੇ ਤਾਂ ਨਾਉ ਪਾਏ, ਹਉਮੈ ਮੋਹ ਚੁਕਾਇਆ। ਕਹਿੰਦੇ ਕਿਤੇ ਗੁਰੂ ਨੂੰ ਭੇਟ ਲੈਂਦਾ, ਬ੍ਰਹਮ ਗਿਆਨੀਆਂ ਤੋਂ ਗਿਆਨ ਲੈ ਲੈਂਦਾ। ਜਦ ਤੱਕ ਆਪਾਂ ਨੇ ਗੁਰੂ ਜਿਹੜਾ ਕਹਿ ਰਹੇ ਆ, ਆ ਦੇਖੋ ਬਾਣੀ ਆਪਾਂ ਹਰੇਕ ਸ਼ਬਦ ਲੈ ਰਹੇ ਹਾਂ, ਆਪਾਂ ਕਿੰਨੇ ਜਿਹੜੇ ਹੈਗੇ ਸਾਰੀ ਇੱਕੋ ਹੀ, ਇਹ ਪ੍ਰੈਕਟੀਕਲ ਕਰਨ ਨੂੰ ਸਾਰੀ ਬਾਣੀ ਕਹਿ ਰਹੀ ਹੈ। ਹਰੇਕ ਸ਼ਬਦ ਕਹਿ ਰਿਹਾ, ਪਾਲ ਤੇ ਕਹਿ ਰਿਹਾ ਵੀ ਪ੍ਰੈਕਟੀਕਲ ਕਰ ਪਿਆਰਿਆ, ਪ੍ਰੈਕਟੀਕਲ ਕਰ। ਹਾਂ, ਮਨਮੁਖ ਮੁਗਧ ਹਰ ਨਾਮ ਨਾ ਚੇਤੇ, ਬਿਰਥਾ ਜਨਮ ਗਵਾਇਆ। ਸਤਿਗੁਰ ਭੇਟੇ ਤਾਂ ਨਾਉ ਪਾਏ, ਹਉਮੈ ਮੋਹ ਚੁਕਾਇਆ। ਇਹਦੇ ਨਾਲ ਹਉਮੈ ਤੇ ਮੋਹ ਜਾਣਾ ਹੈ। ਇਹ ਮੋਹ ਜਿਹੜਾ ਮੈਟਰ ਦਾ, ਆਕਾਰ ਦਾ, ਇਹ ਹਉਮੈ ਤਾਂ ਜਾਣੀ ਹੈ ਭਾਈ। ਆਪਣੇ ਆਪ ਨੂੰ ਜਿਹੜਾ ਹੈਗਾ ਸਰੀਰ ਮੰਨਣਾ, ਇਹੀ ਹਉਮੈ ਹੈ। ਸਤਿਗੁਰ ਭੇਟੇ ਤਾਂ ਨਾਉ ਪਾਏ, ਨਾਮ ਮਿਲ ਗਿਆ ਤੇ ਬਸ ਪਤਾ ਲੱਗ ਗਿਆ ਭਾਈ ਆਹ ਕੰਮ ਕਰਨ ਵਾਲਾ ਹੈ। ਪ੍ਰੈਕਟੀਕਲ ਸ਼ੁਰੂ ਕਰ ਦਿੱਤਾ ਤੇ ਸਮਝ ਲਓ ਭਾਈ ਨਾਮ ਮਿਲ ਗਿਆ ਉਹਨੂੰ। ਜਿਹਨੇ ਪ੍ਰੈਕਟੀਕਲ ਸ਼ੁਰੂ ਕਰਤਾ, ਦਿਨੇ ਧਿਆਨ ਸਿਮਰਨ ਕਰਨਾ ਸ਼ੁਰੂ ਕਰਤਾ, ਜਿਹਨੇ ਆਪਣੇ ਵਿਚਾਰ ਬੰਦ ਕਰਨੇ ਸ਼ੁਰੂ ਕਰਤੇ, ਜਿਹਨੇ ਆਪਣੇ ਅੰਦਰ ਵੜਨਾ ਸ਼ੁਰੂ ਕਰਤਾ, ਉਹਨੂੰ ਨਾਮ ਮਿਲ ਗਿਆ ਭਾਈ। ਸਤਿਗੁਰ ਭੇਟੇ ਤਾਂ ਨਾਉ ਪਾਏ, ਹਉਮੈ ਮੋਹ ਚੁਕਾਇਆ। ਉਹਨੂੰ ਪਰਪਸ ਆਫ ਜਰਨੀ ਪਤਾ ਲੱਗ ਗਿਆ, ਕੀ ਲਾਈਫ ਦਾ ਪਰਪਸ ਹੈ, ਕੀ ਮਕਸਦ ਹੈਗਾ, ਕੀ ਵੈਲਿਊ ਹੈਗੀ ਇਹਦੀ।
ਹਰ ਜਨ ਸਾਚੇ ਸਾਚ ਕਮਾਵੇਂ। ਆ ਲਓ, ਹਰ ਜਨ ਹੋ ਗਏ, ਉਹ ਸੱਚੇ ਹੋ ਗਏ। ਕਿਉਂ? ਕਿਉਂਕਿ ਉਹ ਸੱਚ ਨੂੰ ਕਮਾ ਰਹੇ, ਕਮਾਈ ਕਰ ਰਹੇ, ਪ੍ਰੈਕਟੀਕਲ ਕਰ ਰਹੇ। ਉਹ ਜਿਹੜੇ ਹੈਗੇ ਥਿਉਰੀ ਤੇ ਨਹੀਂ ਬੈਠੇ ਹੋਏ। ਹਰ ਜਨ ਸਾਚੇ ਸਾਚ ਕਮਾਵੇਂ, ਗੁਰ ਕੈ ਸ਼ਬਦ ਵਿਚਾਰੀ। ਉਹਨਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਵਿਚਾਰ ਕਰ ਲਿਆ, ਗੁਰੂ ਦੇ ਗਿਆਨ ਨੂੰ ਵਿਚਾਰ ਲਿਆ। ਉਹਨਾਂ ਨੇ ਇਸ ਚੋਂ ਕੱਢ ਲਿਆ, ਕਿਆ ਪੜੀਏ ਕਿਆ ਗੁਣੀਏ, ਗੁਣ ਕੱਢ ਲਿਆ ਇਹਦੇ ਵਿੱਚੋਂ। ਹਰ ਜਨ ਸਾਚੇ ਸਾਚ ਕਮਾਵੇਂ, ਗੁਰ ਕੈ ਸ਼ਬਦ ਵਿਚਾਰੀ। ਆਪੇ ਮੇਲ ਲਏ ਪ੍ਰਭ ਸਾਚਾ, ਸਾਚ ਰੱਖਿਆ ਔਰ ਧਾਰੀ। ਬਣਾਉਣਾ ਮਾਲਕ ਨੇ ਆ, ਅੱਗੇ ਮਾਲਕ ਦੀ ਕਾਰਵਾਈ ਹੈ। ਆਪਾਂ ਨੇ ਬੈਠਣਾ ਹੈ ਉੱਤੇ, ਆਪਾਂ ਨੇ ਆਪਣੇ ਵੱਲੋਂ ਕਸਰ ਨਹੀਂ ਛੱਡਣੀ। ਚਿੜੀ ਨੇ ਚੁੰਝ ਦੇ ਵਿੱਚ ਪਾਣੀ ਲੈ ਕੇ ਅੱਗ ਜੰਗਲ ਦੀ ਬੁਝਾਉਣ ਤੁਰਨਾ ਹੀ ਤੁਰਨਾ। ਅੱਗੇ ਮਾਲਕ ਨੇ ਮਿਹਰ ਕਰਨੀ ਹੈ, ਆਪੇ ਮੇਲਣਾ ਹੈ ਮਾਲਕ ਪਰਮਾਤਮਾ ਨੇ। ਉਹਦੀ ਮਰਜ਼ੀ ਆ, ਉਹਨੇ ਦੇਣਾ ਹੈ, ਦਾਤ ਉਹਨੇ ਦੇਣੀ ਹੈ। ਕਿੰਨੀ ਦੇਣੀ ਹੈ, ਕਦੋਂ ਦੇਣੀ ਹੈ, ਕਿਹਨੂੰ ਦੇਣੀ ਹੈ, ਉਹ ਜਾਣਦਾ। ਹਰ ਜਨ ਸਾਚੇ ਸਾਚ ਕਮਾਵੇਂ, ਗੁਰ ਕੇ ਸ਼ਬਦ ਵਿਚਾਰੀ। ਆਪੇ ਮੇਲ ਲਏ ਪ੍ਰਭੇ ਸਾਚਾ। ਉਹ ਮਾਲਕ ਤਾਂ ਇਸੇ ਵਾਸਤੇ ਤਾਂ ਉਹਨੇ ਗੇਮ ਬਣਾਈ ਹੈ, ਇਸੇ ਵਾਸਤੇ ਤਾਂ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਇਸ ਕੰਮ ਦੇ ਵਾਸਤੇ। ਔਰ ਇਸ ਕੰਮ ਦੇ ਵਿੱਚ ਉਹ ਡਿਲੇ ਕਰੂਗਾ ਨਹੀਂ। ਮਾਲਕ ਆਪਣੇ ਅੰਦਰ ਜਿਹੜਾ ਹੈਗਾ ਦਾਤ ਦੇਣੀ ਹੈ, ਤੇ ਦਾਤ ਦੇ ਵਾਸਤੇ ਜਿਹੜਾ ਹੈਗਾ ਆਪਣਾ ਅੰਦਰ ਖਾਲੀ ਹੋਣਾ ਚਾਹੀਦਾ ਹੈ। ਉਹ ਦਾਤ ਨੂੰ ਆਪਾਂ ਸਾਂਭ ਸਕੀਏ। ਇਸ ਕਰਕੇ ਜਿਹੜਾ ਹੈਗਾ ਆਪਾਂ ਨੇ ਪ੍ਰੈਕਟੀਕਲ ਕਰੀ ਜਾਣਾ ਹੈ। ਹਰ ਜਨ ਸਾਚੇ ਸਾਚ ਕਮਾਵੇਂ, ਗੁਰ ਕੇ ਸ਼ਬਦ ਵਿਚਾਰੀ। ਆਪੇ ਮੇਲ ਲਏ ਪ੍ਰਭ ਸਾਚਾ, ਸਾਚ ਰੱਖਿਆ ਔਰ ਧਾਰੀ। ਆਪਾਂ ਸੱਚ ਨੂੰ ਔਰ ਤੱਕ ਲੈ ਕੇ ਜਾਈਏ, ਬਸ ਆਹੀ ਸੱਚ ਹੈਗਾ। ਇਹ ਵਿਚਾਰ ਕੱਚ ਹੈਗੇ ਸਾਰੇ, ਬਸ ਬਾਕੀ ਬਚਿਆ ਜੋ ਉਹ ਸੱਚ ਹੈਗਾ। ਵਿਚਾਰਾਂ ਤੋਂ ਇਲਾਵਾ ਜੋ ਕੁਝ ਬਚਦਾ ਹੈ ਉਹ ਸੱਚ ਹੈ ਪਿਆਰਿਓ, ਉਹੀ ਆਪਾਂ ਹੈਗੇ, ਉਹੀ ਪਰਮਾਤਮਾ ਹੈਗਾ ਵਿਚਾਰਾਂ ਤੋਂ ਇਲਾਵਾ। ਆਪੇ ਮੇਲ ਲਏ ਪ੍ਰਭ ਸਾਚੇ, ਸਾਚ ਰੱਖਿਆ ਔਰ ਧਾਰੀ। ਨਾਨਕ ਨਾਮੋਂ ਗਤ ਮਤ ਪਾਈ, ਇਹ ਰਾਸ ਹਮਾਰੀ। ਮਹਾਰਾਜ ਕਹਿੰਦੇ ਭਾਈ ਮੇਰੀ ਤਾਂ ਰਾਸ਼ੀ, ਮੇਰਾ ਤਾਂ ਸਾਰਾ ਇਹ ਪ੍ਰੈਕਟੀਕਲ ਹੀ ਹੈਗਾ, ਇਹ ਪ੍ਰੈਕਟੀਕਲ ਹੀ ਹੈਗਾ। ਨਾਨਕ ਨਾਮੋਂ ਗਤ ਮਤ ਪਾਈ। ਉੱਚੀ ਅਵਸਥਾ ਔਰ ਗੁਰੂ ਦੀ ਮਤ ਆਹੀ ਹੈਗੀ ਹੈ ਭਾਈ, ਗੁਰਮਤ। ਇਹ ਪ੍ਰੈਕਟੀਕਲ ਇਹੀ ਗੁਰੂ ਦੀ ਮੱਤ ਹੈਗੀ। ਇਹ ਆਪਾਂ 3 ਸ਼ਬਦ ਹੀ ਹੋਏ ਜੀ ਹਾਲੇ, ਤੇ 2 ਹੋਰ ਹੈਗੇ। ਹੁਣ ਇਸ ਤੋਂ ਹੁਣ ਪ੍ਰੈਕਟੀਕਲ ਹੁਣ ਸਟਾਰਟ ਹੋਣਾ ਹੈ ਪ੍ਰੈਕਟੀਕਲ। ਇਹ ਕਬੀਰ ਜੀ ਦਾ ਇੱਕ ਸ਼ਬਦ ਜਿਹੜਾ ਹਮੇਸ਼ਾ ਆਪਾਂ ਲੈਂਦੇ ਹਾਂ, ਉਹ ਫਿਰ ਦੁਬਾਰਾ ਲਈਏ। ਅੰਗ 334 335 ਗੌੜੀ ਰਾਗ ਦੇ ਵਿੱਚ। ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਇਹ 200 ਆਪਣੇ 334 ਐਂਡ 335, 334 ਐਂਡ 335 ਗੌੜੀ ਰਾਗ ਦੇ ਵਿੱਚ। ਹੁਣ ਕਹਿੰਦੇ ਤੂੰ ਤਿਆਰ ਹੋ ਜਾ ਪਿਆਰਿਆ, ਇਹ ਪ੍ਰੈਕਟੀਕਲ ਕਰਨ ਦੇ ਵਾਸਤੇ ਤਿਆਰ ਹੋ ਜਾ, ਤਿਆਰੀ ਖਿੱਚ, ਪ੍ਰੈਕਟੀਕਲ ਕਰਨਾ ਹੈ ਤੂੰ। ਸੁਰਤ ਸਿਮਰਤ ਦੋਏ ਕੰਨੀ ਮੁੰਦਾਂ। ਕਹਿੰਦੇ ਦੇਖ ਸੁਰਤ, ਤੇਰੀ ਸੁਰਤ ਆ ਜਿਹੜੀ ਸੁਰਤ, ਜਿਹਦੇ ਨਾਲ ਤੂੰ ਜਿਹੜਾ ਹੈਗਾ ਕਿਤੇ ਦਾ ਕਿਤੇ ਪਹੁੰਚ ਜਾਣਾ। ਇੱਥੇ ਬੈਠਾ ਬੈਠਾ ਕਿਹੜੇ ਕਦੀ ਕੋਈ ਖਿਆਲ ਲੈ ਲੈਣਾ, ਕਦੀ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਕਦੀ ਬੈਠੇ ਬੈਠੇ ਮੀਲਾਂ ਦੂਰ ਦੂਸਰੇ ਦੇਸ਼ 'ਚ ਪਹੁੰਚ ਜਾਣਾ। ਆਹ ਸੁਰਤ ਆ ਤੇਰੀ। ਸੁਰਤ ਦੇ ਨਾਲ ਹਮੇਸ਼ਾ ਤੇਰੀ ਸੁਰਤ ਜਿਹੜੀ ਹੈ ਚੱਲਦੀ ਰਹਿੰਦੀ ਹੈ, ਵਿਚਾਰਾਂ ਦੇ ਵਿੱਚ ਚੱਲਦੀ ਰਹਿੰਦੀ ਹੈ। ਇਹ ਟਰੈਵਲ ਕਰਦੀ ਰਹਿੰਦੀ ਹੈ ਤੇਰੇ ਕੋਲ ਸੁਰਤ ਇੰਨੀ ਫਾਸਟ। ਇਸ ਤੋਂ ਤੇਜ਼ ਤਾਂ ਕੋਈ ਪ੍ਰਕਾਸ਼ ਜਿਹੜਾ ਹੈਗਾ, ਲਾਈਟ ਵੀ ਨਹੀਂ ਇਸ ਤੋਂ ਤੇਜ਼ ਚੱਲਦੀ ਜਿੰਨੀ ਤੇਜ਼ ਤੇਰੀ ਸੁਰਤ ਚੱਲਦੀ ਹੈ। ਕਿਉਂਕਿ ਜੇ ਆਪਾਂ ਦੇਖੋ ਕਦੀ ਜਿਹੜਾ ਹੈਗਾ ਕਿਸੇ ਨੇ ਡਰਾਈਵਿੰਗ ਦੇ ਵਿੱਚ ਜਿਹੜਾ ਹੈਗਾ ਕਦੀ ਕੋਈ ਐਸਾ ਮੌਕਾ ਆਇਆ ਹੋਏ ਕਿ ਆਪਾਂ ਨੂੰ ਜਿਹੜਾ ਹੈਗਾ ਸਾਹਮਣੇੋਂ ਜਿਹੜਾ ਹੈਗਾ ਕੋਈ ਇੱਕਦਮ ਜਿਹੜਾ ਹੈਗਾ ਕੋਈ ਫਾਉਲ ਹੋਏ ਜਾਂ ਕੋਈ ਐਕਸੀਡੈਂਟ ਹੋਣ ਦਾ ਕੋਈ ਚਾਂਸ ਹੋਏ, ਤੇ ਕਿਸ ਤਰ੍ਹਾਂ ਜਿਹੜੇ ਹੈਗੇ ਆਪਾਂ ਪਤਾ ਨਹੀਂ ਕਿੰਨਾ ਫ੍ਰਿਕਸ਼ਨ ਆਫ ਸੈਕਿੰਡ ਦੇ ਵਿੱਚ ਜਿਹੜੇ ਹੈ ਵਹੀਕਲ ਨੂੰ ਜਿਹੜਾ ਹੈਗਾ ਆਪਾਂ ਬ੍ਰੇਕ ਜਾਂ ਕੁਛ ਜਿਹੜਾ ਟਰਨ ਜਾਂ ਕੁਛ ਵੀ ਕਰਕੇ ਆਪਾਂ ਬਚ ਜਾਂਦੇ।
ਕਿੰਨਾ ਕੁਇਕ ਹੈ ਦੇਖੋ ਇਹ ਆਪਣੀ ਸੁਰਤ। ਕਹਿੰਦੇ ਸੁਰਤ ਨੂੰ ਇਹਨੂੰ ਫੜ, ਇਹਦੇ ਨਾਲ ਪ੍ਰੈਕਟੀਕਲ ਹੋਣਾ ਹੈ। ਇਹ ਸੁਰਤ ਤੋਂ ਬਗੈਰ ਪ੍ਰੈਕਟੀਕਲ ਨਹੀਂ ਹੋਣਾ। ਸੁਰਤ ਸਿਮਰਤ ਦੋਏ ਕੰਨੀ ਮੁੰਦਾਂ, ਸਮਰਨ ਕਰਨਾ ਹੈ ਵੀ ਤੂੰ ਜਿਹੜਾ ਹੈਗਾ, ਤੂੰ ਸਰੀਰ ਨਹੀਂ ਹੈਗਾ, ਤੂੰ ਵਿਚਾਰ ਨਹੀਂ ਹੈਗਾ, ਤੂੰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦਾ ਅੰਸ਼ ਹੈਗਾ। ਮਾਲਕ ਪਰਮਾਤਮਾ ਹੀ ਹੈਗਾ ਤੂੰ, ਉਹ ਮਾਲਕ ਦੇ ਨਾਲ ਹੀ ਹੈਗਾ ਹੈ ਤੂੰ। ਮਾਲਕ ਤੇਰੇ ਨਾਲ ਹੀ ਹੈ, ਤੇਰੀ ਆਤਮਾ ਤੇਰੇ ਨਾਲ ਹੀ ਹੈ, ਹਰ ਟਾਈਮ ਤੇਰੇ ਨਾਲ ਹੈ, ਹਰ ਟਾਈਮ ਤੈਨੂੰ ਮਹਿਸੂਸ ਹੁੰਦੀ ਹੈ। ਤੂੰ ਉਹਨੂੰ ਨਹੀਂ ਦੇਖਦਾ, ਤੂੰ ਉਹਦੇ ਨਾਲ ਨਹੀਂ ਜੁੜਦਾ, ਤੇਰੀ ਸੁਰਤ ਉਹਦੇ ਨਾਲ ਨਹੀਂ ਜੁੜਦੀ। ਇਹ ਦੋ ਜਿਹੜੀਆਂ ਹੈਗੇ ਕੰਨ ਦੇ ਵਿੱਚ ਮੁੰਦਾ ਪਾ ਲਾ ਜੇ ਤੂੰ ਪ੍ਰੈਕਟੀਕਲ ਕਰਨਾ ਹੈ। ਤੇ ਹੁਣ ਸਾਧ ਸੰਗਤ ਜੀ, ਹੁਣ ਜਿਹੜਾ ਹੈਗਾ ਸਾਵਧਾਨੀ ਲੈ ਲਈ ਆਪਾਂ। ਆ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ, ਮਹਾਰਾਜ ਜਿਹੜੇ ਹੈਗੇ ਆ ਪ੍ਰੈਕਟੀਕਲ ਆਪਾਂ ਨੂੰ ਕਰਵਾਉਣਾ ਚਾਹੁੰਦੇ। ਕਬੀਰ ਜੀ ਦੇ ਦੁਆਰਾ, ਕਬੀਰ ਜੀ ਜਿਹੜੇ ਹੈਗੇ ਆ, ਕਬੀਰ ਜੀ ਪ੍ਰੈਕਟੀਕਲ ਕਰਾਉਣ ਵਾਸਤੇ ਆਏ ਹੋਏ ਆ ਭਾਈ। ਗੌੜੀ ਸੁਰਤ ਸਿਮਰਤ ਦੋਏ ਕੰਨੀ ਮੁੰਦਾਂ, ਪਰਮਿਤ ਬਾਹਰ ਖਿੰਥਾ। ਬਸ ਇੱਕ ਯਾਦ ਰੱਖ ਲਾ, ਉਹ ਮਾਲਕ ਪਰਮਾਤਮਾ ਜੋ ਤੂੰ ਹੈਗਾ ਆ, ਉਹ ਤੂੰ ਇਕੱਲਾ, ਤੇਰੀ ਆਤਮਾ ਨਹੀਂ ਆ। ਇਹ ਆਤਮਾ, ਇਹ ਤਾਂ ਸਾਰੀ ਸ੍ਰਿਸ਼ਟੀ, ਸਾਰੀ ਦੁਨੀਆ ਆਹੀ ਹੈਗੀ। ਉਹ ਮਾਲਕ ਪਰਮਾਤਮਾ ਇੰਨਾ ਵੱਡਾ ਹੈ, ਸਾਰੀ ਦੁਨੀਆ ਹੈਗੀ, ਦੁਨੀਆ ਦੇ ਵਿੱਚ ਹੈ, ਸਾਰੀ ਸ੍ਰਿਸ਼ਟੀ ਦੇ ਵਿੱਚ ਹੈ। ਉਹਦੀ ਕੋਈ ਮਿਤੀ ਨਹੀਂ ਹੈ, ਉਹ ਪਰਮਿਤ, ਮਿਤੀ ਤੋਂ ਬਾਹਰ ਹੈਗਾ। ਆਖਿੰਤਾ ਹੋ ਗਈ, ਗੋਦੜੀ ਹੋ ਗਈ। ਹਮੇਸ਼ਾ ਯਾਦ ਰੱਖ, ਉਹਦਾ ਅੰਸ਼ ਹੈਗਾ ਤੂੰ ਉਹਦਾ ਪੁੱਤ ਹੈਗਾ ਆ। ਉਹ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ। ਤੀਸਰਾ ਹੁਣ ਜਿਹੜਾ ਹੈਗਾ, ਸੁੰਨ ਗੁਫਾ ਮੇ ਆਸਣ ਬੈਸਣ। ਦੇਖ ਬੈਠ ਜਾ ਪਿਆਰਿਆ, ਬੈਠਕ ਲਾਉਣੀ ਪੈਣੀ ਹੈ। ਸੁੰਨ ਗੁਫਾ ਦੇ ਵਿੱਚ ਲਾਉਣੀ ਪੈਣੀ ਹੈ। ਸੁੰਨ ਦੇ ਵਿੱਚ ਜਾਣਾ। ਸੁੰਨ ਦੇਖੋ, ਸ਼ੋਰ ਥੋੜਾ ਜਿਹਾ ਦੇਖੋ ਵਿਚਾਰ ਥੋੜੇ ਜਿਹੇ ਘਟਾਓ ਤਾਂ ਸਹੀ ਨਾ। ਉਹ ਸੁੰਨ ਦਾ ਸ਼ਬਦ ਤਾਂ ਇੰਨਾ ਕਦੀ ਦੇਖੋ ਆਪਣੇ ਮਹੇਸ਼ ਚੰਦਰ ਜੀ, ਤੁਸੀਂ ਦੇਖੋ ਕਦੀ ਜਿਹੜਾ ਹੈਗਾ ਜੀਵਨ ਦੇ ਵਿੱਚ ਨਾ ਆਪਾਂ ਨੇ ਕਦੀ ਜਿਹੜਾ ਹੈਗਾ, ਕਦੀ ਐਨੈਸਥੀਸੀਆ ਦਿੱਤਾ ਹੋਏ ਕਿਸੇ ਨੇ, ਜਿਹੜਾ ਹੈਗਾ ਜਿਹਨੇ ਕਿਸੇ ਨੇ ਆਪਰੇਸ਼ਨ ਕਰਵਾਇਆ ਹੋਏ, ਤੇ ਉਹ ਜਦ ਉਹ ਐਨੈਸਥੀਸੀਆ ਦਿੰਦੇ ਆ, ਤੇ ਬਸ ਉਸ ਟਾਈਮ ਜਿਹੜਾ ਹੈਗਾ ਕੀ ਹੋ ਜਾਂਦਾ ਹੈ, ਉਸ ਟਾਈਮ ਜਿਹੜਾ ਹੈਗਾ ਆਪਾਂ ਨੂੰ ਆ ਸੁਣ ਦੇ ਸ਼ਬਦ ਚੱਲ ਪੈਂਦੇ ਆ। ਉਸ ਟਾਈਮ ਉਹ ਸੁਣ ਦੇ ਸ਼ਬਦ ਹੈਗੇ। ਅਗਰ ਕਿਸੇ ਨੇ ਇਹ ਫੀਲਿੰਗ ਲਈ ਹੋਏ ਤੇ ਉਹ ਸੁਣ ਦੇ ਸ਼ਬਦ ਆ। ਕੋਈ ਸ਼ਰਾਬੀ ਹੁੰਦਾ ਹੈ, ਕਿਸੇ ਨੇ ਸ਼ਰਾਬ ਪੀਤੀ ਹੋਏ, ਸ਼ਰਾਬ ਪੀ ਕੇ ਕੀ ਹੁੰਦਾ ਹੈ, ਸ਼ਰਾਬ ਪੀਂਦਾ ਹੈ ਉਹ, ਔਰ ਜਿਹੜਾ ਹੈਗਾ ਉਹਦੇ ਅੰਦਰ ਬਸ ਸ਼ੁਰੂ ਹੋ ਜਾਂਦੀ, ਵਿਚਾਰ ਜਿਹੜੇ ਬੰਦ ਹੋ ਜਾਂਦੇ। ਉਹ ਸੁਣ ਦੇ ਸ਼ਬਦ ਉੱਥੇ ਵੀ ਚੱਲ ਪੈਂਦੇ, ਉਹ ਪ੍ਰੈਕਟੀਕਲ ਉੱਥੇ ਵੀ ਹੋ ਜਾਂਦਾ ਹੈ। ਉਹ ਹੈਗਾ ਸੁੰਨ ਗੁਫਾ, ਜਿੱਥੇ ਕੋਈ ਵਿਚਾਰ ਨਹੀਂ ਹੈ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਸੁੰਨ ਹੈਗਾ। ਸੁੰਨ ਤੋਂ ਸਾਰਾ ਕੁਝ ਪੈਦਾ ਹੁੰਦਾ ਹੈ। ਸੁੰਨ ਦਾ ਮਤਲਬ ਕੋਈ ਥਾਟ ਨਹੀਂ, ਕੋਈ ਵਿਚਾਰ ਨਹੀਂ ਹੈ, ਕੋਈ ਲਹਿਰ ਨਹੀਂ ਹੈਗੀ। ਆਟੋਮੈਟਿਕਲੀ ਉਹ ਸੁੰਨ ਦਾ ਜਿਹੜਾ ਹੈਗਾ ਉਹ ਉਹਨਾਂ ਨੂੰ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਉਹਦੇ ਵਿੱਚ ਕੀ ਹੈਗਾ। ਕੋਈ ਕਹਿੰਦਾ ਘੁੰਗਰੂ ਬੰਸਰੀਆਂ, ਪਤਾ ਨਹੀਂ ਕੀ ਫੁੱਲ, ਕੁਛ ਪਤਾ ਨਹੀਂ ਕੀ ਕਹੀ ਜਾਂਦੇ। ਉਹ ਬਸ ਜੋ ਵੀ ਹੈਗਾ ਉੱਥੇ ਜਿਹੜਾ ਹੈਗਾ ਉਹਨੂੰ ਉਹਦੇ ਨਾਲ ਜਿਹੜਾ ਜੋੜਨਾ ਹੈ ਆਪਾਂ ਨੇ। ਸੁੰਨ ਗੁਫਾ ਮੇ ਆਸਣ ਬੈਸਣ, ਉੱਥੇ ਆਸਣ ਲਾਉਣਾ, ਉੱਥੇ ਬੈਠਕ ਲਾਉਣੀ ਹੈ। ਆਸਣ ਲਾ ਕੇ, ਬੈਸਣ ਕਿਉਂ ਲਿਖਿਆ ਫਿਰ, ਵੀ ਆਸਣ ਲਾ ਕੇ ਟਿਕਣਾ ਹੈ ਉੱਥੇ। ਕਲਪ ਵਿਵਰਜਿਤ ਪੰਥਾ, ਉੱਥੇ ਜਿਹੜਾ ਹੈਗਾ ਵਿਚਾਰ ਵਿਵਰਜਿਤ ਹੈਗੇ। ਵਿਚਾਰ ਲੈਣੇ ਵਿਵਰਜਿਤ ਆ, ਨਹੀਂ ਲੈਣੇ, ਵਿਚਾਰ ਨਹੀਂ ਲੈਣੇ ਉੱਥੇ। ਸੁਰਤ ਜਿਹੜੀ ਹੈ ਵਿਚਾਰਾਂ ਦੇ ਵਿੱਚ ਨਹੀਂ ਜਾਣ ਦੇਣੀ। ਚੇਤਨ ਸਾਵਧਾਨ ਰਹਿਣਾ ਹੈ, ਕੋਈ ਵਿਚਾਰ ਨਹੀਂ ਆਉਣ ਦੇਣਾ ਆਪਾਂ ਨੇ, ਨਹੀਂ ਜੁੜਨਾ। ਆਪਣੀ ਸੁਰਤ ਜਿਹੜੀ ਹੈ ਉਹ ਵਿਚਾਰ ਜਿਹੜਾ ਹੈਗਾ ਉਹ ਤਰੰਗ ਜਿਹੜੀ ਹੈਗੀ ਉਹਦੇ ਨਾਲ ਆਪਣੀ ਡੋਰੀ ਨਹੀਂ ਬੰਨਣੀ।
ਕਿਸੇ ਦਾ ਮਾਈਕ ਖੁੱਲ੍ਹਾ ਹੈ ਜੀ, ਬੰਦ ਕਰ ਦੇਣਾ ਪਲੀਜ਼। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨਾ ਸੋਗ ਵਿਯੋਗੀ ਰਹਾਓ। ਮੇਰੇ ਰਾਜਨ, ਉਹ ਮਾਲਕ ਪਰਮਾਤਮਾ, ਉਹ ਰਾਜਨ, ਉਹਨੇ ਮਿਲਣਾ ਹੈ। ਆਪਣੀ ਆਤਮਾ ਦੇ ਵਿੱਚ ਆਪਾਂ ਪਹੁੰਚ ਗਏ ਤੇ ਬਸ ਵਿਚਾਰ ਮੰਡਲ ਕ੍ਰਾਸ ਕਰ ਲਿਆ ਤੇ ਮਿਲ ਜਾਣਾ ਮਾਲਕ ਪਰਮਾਤਮਾ ਨੇ। ਆਤਮਾ ਦੇ ਵਿੱਚ ਸੁਰਤ ਚਲੀ ਗਈ। ਸੁਰਤ ਜਿਹੜੀ ਹੈਗੀ, ਇਸੇ ਨੇ ਤਾਂ ਜਿਹੜਾ ਹੈਗਾ, ਇਹੀ ਤਾਂ ਜਿਹੜੀ ਹੈਗੀ ਸਾਰੀ ਫੀਲਿੰਗ ਲੈਂਦੀ ਹੈ। ਸਾਰਾ ਕੁਛ ਜੋ ਕੁਛ ਵੀ ਦੁਨੀਆ ਦੇ ਵਿੱਚ ਦੇਖਦੀ ਹੈ, ਜੋ ਕੁਛ ਵੀ ਸਾਰਾ ਸੁਰਤ ਹੈ ਆਪਣੀ। ਔਰ ਇਹ ਸੁਰਤ ਜਿਹੜੀ ਹੈਗੀ ਆ, ਬਸ ਇਹਦਾ ਡੈਸਟੀਨੇਸ਼ਨ ਜਿਹੜਾ ਹੈਗਾ ਆਪਣੀ ਆਤਮਾ ਹੈਗੀ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਕਹਿੰਦੇ ਮੈਨੂੰ ਬੈਰਾਗ ਆ ਗਿਆ ਮਾਲਕਾ, ਮੇਰੇ ਅੰਦਰ ਆ ਪ੍ਰੈਕਟੀਕਲ ਕਰਨ ਦਾ ਜਿਹੜਾ ਹੈ ਮੇਰੇ ਅੰਦਰ ਬਹੁਤ ਇੱਛਾ ਹੋ ਗਈ। ਮੈਨੂੰ ਤੈਨੂੰ ਮਿਲਣ ਨੂੰ, ਮੈਨੂੰ ਆਤਮਾ ਨੂੰ ਦੇਖਣ ਦੀ, ਮੇਰੇ ਅੰਦਰ ਆਤਮਾ ਨੂੰ ਮਿਲਣ ਦੀ ਬਹੁਤ ਇੱਛਾ ਹੋ ਗਈ। ਮੈਂ ਜੋਗੀ ਹੋ ਗਿਆ। ਮੇਰੇ ਰਾਜਨ ਮੈਂ ਬੈਰਾਗੀ ਜੋਗੀ ਆ ਗਿਆ। ਮੈਨੂੰ ਦੁਨੀਆ ਦੇ ਵਿੱਚ ਦੁਨੀਆ ਦੇ ਰਸ ਕਸ ਜਿਹੜੇ ਹੈਗੇ, ਮੈਨੂੰ ਤਾਂ ਆਹ ਜਿਹੜਾ ਹੈਗਾ ਕਿੰਨੀ ਜਿਹੜਾ ਹੈਗਾ ਆਪਣੇ ਅੰਦਰ ਵੜਨਾ ਔਰ ਆਪਣੀ ਆਤਮਾ ਨੂੰ ਦੇਖਣਾ, ਆਪਣੀ ਆਤਮਾ ਨੂੰ ਮਿਲਣਾ, ਮੈਂ ਕੀ ਹੈਗਾ ਇਹ ਜਾਣਨਾ, ਉਹ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਉਹਦੇ ਨਾਲ ਜੁੜਨਾ, ਇਸ ਤੋਂ ਵੱਡਾ ਕੰਮ ਕੀ ਹੋ ਸਕਦਾ ਹੈ। ਜਦੋਂ ਇਹ ਖਿੱਚ ਪੈਦਾ ਹੋਈ, ਉਹਨੂੰ ਆਟੋਮੈਟਿਕਲੀ ਦੁਨੀਆ ਦੇ ਆਕਾਰ ਦੇ ਜਿਹੜੇ ਹੈਗੇ ਇਹ ਉਹਦਾ ਅਟਰੈਕਸ਼ਨ ਜਿਹੜਾ ਹੈਗਾ ਘਟ ਜਾਣਾ ਹੈ। ਤੇ ਔਰ ਫਿਰ ਜਿਹੜਾ ਹੈਗਾ ਜਿੰਨੀ ਖਿੱਚ ਪੈ ਜ਼ਿਆਦਾ ਹੋਏਗੀ, ਉਨੀ ਇਹ ਜਿਹੜੇ ਹੈਗੇ ਇਹ ਫਿਰ ਜਿਹੜੇ ਹੈਗੇ ਇਹਦੇ ਵਿਚਾਰ ਉਹ ਆਟੋਮੈਟਿਕਲੀ ਘਟੀ ਜਾਣੇ। ਫਿਰ ਤਾਂ ਸੁਪਨੇ ਦੇ ਵਿੱਚ ਵੀ ਜਿਹੜਾ ਹੈਗਾ ਆਹੀ ਧਿਆਨ ਸਿਮਰਨ ਹੀ ਚੱਲਦਾ ਹੈ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਥ ਨਾ ਸੋਗ ਵਿਯੋਗੀ ਰਹਾਓ। ਕਹਿੰਦੇ ਹੁਣ ਨਹੀਂ ਮੈਨੂੰ ਸੋਗ ਜਿਹੜਾ ਹੁੰਦਾ ਸੀਗਾ, ਵਿਯੋਗ ਹੁੰਦਾ ਸੀ, ਤੇ ਜਿਹੜਾ ਹੈਗਾ ਮੇਰਾ ਨਹੀਂ ਚੈਨ ਆਉਂਦਾ ਸੀ। ਮੈਨੂੰ ਦੁਨੀਆ ਦੇ ਵਿੱਚ ਤ੍ਰਿਸ਼ਨਾ ਦੇ ਵਿੱਚ ਜਿਹੜਾ ਹੈਗਾ, ਇਹ ਸਵਾਦਾਂ ਦੇ ਵਿੱਚ ਜਿਹੜਾ ਹੈਗਾ ਮੈਨੂੰ ਰਾਜੀ ਨਹੀਂ ਆਉਂਦਾ ਸੀਗਾ। ਹੁਣ ਜਿਹੜਾ ਤੇਰੇ ਤੋਂ ਵਿਛੜਨ ਦਾ ਮੈਨੂੰ ਜਿਹੜਾ ਹੈਗਾ, ਮੈਂ ਨਹੀਂ ਤੇਰੇ ਤੋਂ ਵਿਛੜ ਕੇ ਮਰਦਾ। ਮੈਂ ਮਨੁੱਖਾ ਜੂਨ ਜਿਹੜੀ ਤੂੰ ਦਿੱਤੀ ਹੋਈ ਆ, ਇਹ ਜਿਹੜੀ ਹੈਗੀ ਮਾਲਕਾ, ਇਹ ਸਫਲ ਹੋ ਗਈ ਮੇਰੀ। ਰਹਾਓ ਖੰਡ ਬ੍ਰਹਿਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਆ ਸਿੰਘੀ ਜਿਹੜੀ ਹੈਗੀ ਆ, ਇਹ ਜਿਹੜੇ ਸ਼ਬਦ ਚੱਲ ਪਏ, ਜਿਨ੍ਹਾਂ ਦੀ ਗੱਲ ਕੀਤੀ ਹੈ ਉੱਪਰ, ਕਹਿੰਦੇ ਇਹ ਤਾਂ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਚੱਲ ਰਿਹਾ ਭਾਈ। ਇਹ ਸ਼ਬਦ ਸਾਰੀ ਸ੍ਰਿਸ਼ਟੀ ਦੇ ਵਿੱਚ ਹੈਗਾ। ਖੰਡ ਬ੍ਰਹਿਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਔਰ ਬਟੂਆ ਕੀ ਹੈ ਵੀ ਹਮੇਸ਼ਾ ਯਾਦ ਰੱਖਣਾ ਹੈ ਕਿ ਇਹ ਸੰਸਾਰ ਜਿਹੜਾ ਹੈਗਾ, ਸਾਰਾ ਸੰਸਾਰ ਇਹ ਜਿਹੜਾ ਹੈਗਾ ਇਹ ਫੈਬਰੀਕੇਟਡ ਹੈ, ਭਸਮ ਹੈਗੀ, ਇਹ ਝੂਠ ਹੈ, ਇਹਦੇ ਵਿੱਚ ਸੱਚ ਨਹੀਂ ਹੈਗਾ। ਤਾੜੀ ਲੱਗ ਗਈ ਤ੍ਰਿਪਲ ਪਲਟੀ, ਇਹ ਛੂਟੇ ਹੋਏ ਪਸਾਰੀ। ਇਸ ਤਰ੍ਹਾਂ ਫਿਰ ਉਹਦੀ ਤਾੜੀ ਲੱਗ ਜਾਂਦੀ ਹੈ ਭਾਈ। ਲਗਾਤਾਰ ਸੁਰਤ ਜਿਹੜੀ ਹੈ ਟਿਕ ਜਾਂਦੀ ਹੈ ਜਾ ਕੇ ਆਤਮਾ ਦੇ ਵਿੱਚ। ਤਾੜੀ ਲੱਗ ਗਈ ਤ੍ਰਿਪਲ ਪਲਟੀ, ਇਹ ਮਾਇਆ ਜਿਹੜੀ ਹੈਗੀ ਤ੍ਰਿਗੁਣੀ ਮਾਇਆ, ਤਮੋ ਰਜੋ ਸਤੋ, ਇਹ ਪਲਟ ਜਾਂਦੀ ਹੈ। ਇਹਦੇ ਵੱਲੋਂ ਬਿਰਤੀ ਜਿਹੜੀ ਹੈਗੀ ਪਹਿਲਾਂ ਮਾਇਆ ਵੱਲ ਸੀਗੀ, ਹੁਣ ਇਹ ਮਾਇਆ ਪਲਟ ਗਈ। ਹੁਣ ਜਿਹੜੀ ਹੈਗੀ ਉਹ ਸੁੰਨ ਦੇ ਵਿੱਚ, ਉਹ ਚੌਥੇ ਪਦ ਦੇ ਵਿੱਚ ਸੁਰਤ ਚਲੀ ਗਈ। ਛੂਟੇ ਹੋਏ ਪਸਾਰੀ, ਪਸਾਰੀ ਕਹਿੰਦੇ ਆ ਗ੍ਰਸਤੀ ਹੋਏ ਛੁੱਟ ਗਿਆ, ਗ੍ਰਸਤੀ ਦੇ ਵਿੱਚ ਰਹਿ ਕੇ ਹੀ ਛੁੱਟ ਗਿਆ, ਪਸਾਰੇ ਦੇ ਨਾਲ ਹੀ ਛੁੱਟ ਗਿਆ। ਖਿਲਾਰੇ ਦੇ ਨਾਲ ਪਸਾਰਾ ਕਹਿੰਦੇ ਖਿਲਾਰੇ ਨੂੰ। ਮਨ ਪਵਨ ਦੋਏ ਤੁੰਬਾ ਕਰਿਆ, ਜੁਗ ਜੁਗ ਸਾਰਥ ਸਾਜੀ। ਮਨ ਔਰ ਪਵਨ, ਮਨ ਹੈਗਾ ਭਾਈ। ਸੌਰੀ ਵੀਰ ਜੀ, ਪਿਛਲੀ ਤੋਂ ਇੱਕ ਵਾਰੀ ਫੇਰ ਸੈਂਪਲ ਦੱਸ ਦਵੇ। ਹਾਂ, ਤਾੜੀ ਲੱਗ ਗਈ ਤ੍ਰਿਪਲ ਪਲਟੀ। ਇਹਦੇ ਨਾਲ ਜਿਹੜਾ ਹੈਗਾ ਇਹ ਆਪਾਂ ਕਰਦੇ ਕਰਦੇ ਕੀ ਹੋ ਜਾਣਾ, ਵਿਚਾਰ ਮੰਡਲ ਕ੍ਰਾਸ ਹੋ ਜਾਣਾ ਆਪਣਾ। ਤਾੜੀ ਲੱਗ ਗਈ ਮਤਲਬ ਵਿਚਾਰ ਮੰਡਲ ਕ੍ਰਾਸ ਹੋ ਗਿਆ, ਔਰ ਬਸ ਜਿਹੜੀ ਹੈਗੀ ਟਿਕ ਗਏ ਆਤਮਾ ਦੇ ਵਿੱਚ, ਸੁਰਤ ਨੇ ਟਿਕ ਜਾਣਾ। ਹਾਂ, ਔਰ ਜੋ ਮਾਲਕ ਨੇ ਅੱਜ ਜਿਹੜੀ ਗੇਮ ਪਾਈ ਸੀ, ਸ੍ਰਿਸ਼ਟੀ ਸੀਗੀ, ਜਿਹੜਾ ਵਿਚਾਰ ਮੰਡਲ ਕੀ ਹੈ, ਸ੍ਰਿਸ਼ਟੀ ਹੈਗੀ, ਸ੍ਰਿਸ਼ਟੀ ਦੇ ਹੀ ਵਿਚਾਰ ਆ ਰਿਹਾ ਆਪਾਂ ਨੂੰ। ਇਹ ਤਮੋ ਰਜੋ ਸਤੋ ਇਹੀ ਤਾਂ ਹੈ, ਤਿੰਨ ਗੁਣੀ ਮਾਇਆ ਹੈਗੀ ਜੋ ਮਾਲਕ ਨੇ ਬਣਾਈ ਮਾਇਆ। ਇਹ ਤਿੰਨ ਗੁਣਾਂ ਦੇ ਵਿੱਚ ਆ, ਤੇ ਜਿਹੜਾ ਚੌਥਾ ਗੁਣ ਹੈਗਾ ਉਹਦੇ ਵਿੱਚ ਤਾੜੀ ਲੱਗ ਜਾਂਦੀ ਹੈ। ਤੁਰਿਆ ਗੁਣ ਜਿਹਨੂੰ ਕਹਿੰਦੇ ਆ,
ताड़ी ला गई, त्रिपल पलटी, पलट गया, त्रिपल पासे हो गई, माया पासे हो गई। हथ जोड़ते माया ने, प्रकृति ने हथ जोड़ते, बई ये तो सूरमा हैगा, इन्हें तो क्रॉस कर लिया, मैनू इन्हें तो मैनू बिन लिया, ये तो मेरे तो पार चला गया। ताड़ी ला गई, इन्हें तो बना दिता होल। ਇਹਦੇ ਵਿੱਚੋਂ ਦੀ ਤਾਂ ਹੋਰ ਵੀ ਜਿਹੜੇ ਹੈਗੇ ਸੇਧ ਲੈਣਗੇ ਇਹਦੇ ਕੋਲੋਂ। ਤਾੜੀ ਲੱਗੀ ਤ੍ਰਿਪਲ ਪਲਟੀਏ, ਛੂਟੇ ਹੋਏ ਪਸਾਰੀ। ਮਨ ਪਵਨ ਦੋਏ ਤੁੰਬਾ, ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਬਸ ਕਹਿੰਦੇ ਐਸੀ ਵੀਣਾ ਹੈ, ਐਸੀ ਵੀਣਾ ਹੈਗੀ, ਇਹਦੇ ਵਾਸਤੇ ਮਨ ਜਿਹੜਾ ਹੈਗਾ, ਆਪਣਾ ਮਨ, ਆਪਣੀ ਸੁਰਤ ਜਿਹੜੀ ਹੈਗੀ, ਕਹਿੰਦੇ ਇਹਨੂੰ ਤੇ ਪਵਨ ਸਵਾਸ ਮਿਲੇ ਹੋਏ ਜਿਹੜੇ ਹੈਗੇ, ਇਹਦੇ ਨਾਲ ਕੀ ਹੁੰਦਾ ਹੈ ਬਈ ਜਦ ਆਪਾਂ ਦੇਖੋ ਪ੍ਰੈਕਟੀਕਲ ਕਰਦੇ ਹਾਂ, ਧਿਆਨ ਸਿਮਰਨ ਪ੍ਰੈਕਟੀਕਲ ਕਰਦੇ ਹਾਂ, ਅਤੇ ਆਪਣੇ ਸਵਾਸ ਆਟੋਮੈਟਿਕਲੀ ਜਿਹੜੇ ਹੈਗੇ, ਸਵਾਸ ਜਿਹੜੇ ਹੈਗੇ ਸਮ ਹੋ ਜਾਂਦੇ, ਬਹੁਤ ਸਲੋ ਆ ਜਾਂਦੇ ਸਵਾਸ। ਇੱਕਦਮ ਇਸ ਤਰ੍ਹਾਂ ਦਾ ਸਵਾਸ ਰੁਕ ਹੀ ਗਏ ਜਿਸ ਤਰ੍ਹਾਂ, ਔਰ ਉਸ ਤਰ੍ਹਾਂ ਵਿਚਾਰ ਬੰਦ ਹੁੰਦੇ, ਉਸ ਟਾਈਮ ਬਿਲਕੁਲ ਵਿਚਾਰ ਬੰਦ ਹੋ ਜਾਂਦੇ ਜਦ ਸਵਾਸ ਰੁਕ ਜਾਂਦਾ। ਔਰ ਆਪਾਂ ਨੂੰ ਨਹੀਂ ਪਤਾ ਲੱਗਦਾ ਕਦੋਂ ਰੁਕ ਜਾਂਦਾ। ਜਦ ਧਿਆਨ ਲੱਗ ਗਿਆ ਸਵਾਸ ਰੁਕ ਜਾਏਗਾ, ਜਦ ਧਿਆਨ ਲੱਗ ਗਿਆ ਸਵਾਸ ਰੁਕ ਜਾਏਗਾ, ਸਮ ਹੋ ਜਾਣਗੇ, ਸਲੋ ਹੋ ਜਾਣਗੇ। ਮਨ ਪਵਨ ਦੋਏ ਤੁੰਬਾ ਕਰੀ ਹੈ, ਇਹ ਤੁੰਬੇ ਹੋ ਗਏ। ਉਹ ਜਿਹੜੀ ਸਾਰਦਾ, ਉਹ ਜਿਹੜੀ ਵੀਣਾ ਜਿਹੜੀ ਵੱਜਣੀ ਆ, ਉਹ ਜਿਹੜੀ ਕਿੰਗਰੀ ਵੱਜਣੀ ਆ। ਮਨ ਪਵਨ ਦੋਏ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਥਿਰ ਭਈ ਤੰਤੀ ਟੂਟਸ ਨਾਹੀ, ਅਨਹਦ ਕਿੰਗਰੀ ਬਾਜੀ। ਕਹਿੰਦੇ ਥਿਰ ਹੋ ਗਈ ਤੰਤੀ, ਬਸ ਹੁਣ ਜਿਹੜੀ ਸੁਰਤ ਜਿਹੜੀ ਆ ਨਹੀਂ ਟੁੱਟਦੀ ਪਾਏ। ਤੰਤੀ ਕੀ ਹੈ? ਸੁਰਤ ਹੈ ਆਪਣੀ, ਬਸ ਉਹ ਲੀਨ ਹੋ ਗਈ ਸੁਰਤ। ਹੁਣ ਐਸੀ ਅਨਹਦ ਕਿੰਗਰੀ ਵੱਜਣ ਲੱਗ ਪਈ ਅੰਦਰ। ਸੁਨ ਮਨ ਮਗਨ ਪਏ ਹੈ ਪੂਰੇ, ਉਹਦੇ ਵਿੱਚ ਮਗਨ ਹੋ ਗਿਆ ਮਨ ਪੂਰੀ ਤਰ੍ਹਾਂ। ਹੁਣ ਕਿਉਂ ਜਾਊਗਾ ਉੱਥੇ? ਤਾਂ ਅੰਮ੍ਰਿਤ ਵੀ ਆ ਜਾਣਾ। ਸੁਨ ਮਨ ਮਗਨ ਪਏ ਹੈ ਪੂਰੇ, ਮਾਇਆ ਡੋਲ ਨਾ ਲਾਗੀ। ਹੁਣ ਮਾਇਆ ਕਿਵੇਂ ਡੁਲਾ ਸਕਦੀ ਹੈ ਭਾਈ? ਹੁਣ ਵਾਪਸ ਤ੍ਰਿਗੁਣੀ ਤੇ ਤਮੋ ਰਜੋ ਸਤੋ, ਹੁਣ ਵਿਚਾਰ ਮੰਡਲ ਦੇ ਵਿੱਚ ਵਾਪਸ ਆਏਗਾ ਅਗਲਾ ਆਦਮੀ। ਹੁਣ ਤਾਂ ਬਸ ਇੱਕ ਵਾਰੀ ਵਿਚਾਰ ਮੰਡਲ ਕ੍ਰਾਸ ਕਰ ਦਿੱਤਾ, ਬਸ ਇਹ ਖਿੱਚ ਗ੍ਰੈਵੀਟੇਸ਼ਨ ਪੁੱਲ ਤੋਂ ਬਾਹਰ ਆ ਗਿਆ। ਬਸ ਫਿਰ ਥੋੜ੍ਹੀ ਨਾ, ਫਿਰ ਤਾਂ ਉਹਦੀ ਉਸੇ ਚੌਥੇ ਪਦ 'ਚ ਹੀ ਜਿਹੜਾ ਹੈਗਾ, ਇਹ ਤ੍ਰਿਗੁਣੀ ਮਾਇਆ ਦੇ ਵਿੱਚ ਵਿਚਰਦੇ ਹੋਏ ਚੌਥੇ ਪਦ 'ਚ ਰਹੇਗਾ। ਸੁਨ ਮਨ ਮਗਨ ਪਏ ਹੈ ਪੂਰੇ, ਮਾਇਆ ਡੋਲ ਨਾ ਲਾਗੀ। ਮਾਇਆ ਨਹੀਂ ਡੁਲਾ ਸਕਦੀ ਹੁਣ ਉਹਨੂੰ। ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ, ਖੇਲ ਗਏ ਬੈਰਾਗੀ। ਕਹਿੰਦੇ ਉਸ ਨੂੰ ਜਿਹੜਾ ਹੈਗਾ ਦੁਬਾਰਾ ਜਿਹੜਾ ਜਨਮ ਮਰਨ ਦਾ ਗੇੜਾ ਨਹੀਂ ਹੈਗਾ ਪਾਏ। ਜਿਹੜਾ ਵੀ ਬੈਰਾਗੀ, ਜਿਹੜਾ ਵੀ ਬੈਰਾਗੀ ਕਿਹਨੂੰ ਕਹਿੰਦੇ? ਬੈਰਾਗੀ ਕਹਿੰਦੇ ਜਿਹਨੂੰ ਪਰਮਾਤਮਾ ਦਾ ਵਿਰਾਗ ਆ ਗਿਆ, ਮਾਇਆ ਦੀ ਇਹ ਜਿਹੜੀ ਹੈ, ਮਾਇਆ ਤੋਂ ਉੱਪਰ ਉੱਠ ਗਿਆ, ਜਿਹੜਾ ਆਕਾਰ ਤੋਂ, ਇਹ ਵਿਚਾਰਾਂ ਤੋਂ ਉੱਪਰ ਉੱਠ ਗਿਆ, ਉਹਨੂੰ ਬੈਰਾਗੀ ਕਹਿੰਦੇ। ਸੁਨ ਮਨ ਮਗਨ ਪਏ ਹੈ ਪੂਰੇ, ਮਾਇਆ ਡੋਲ ਨਾ ਲਾਗੀ। ਕਹੋ ਨਾਨਕ ਤਾਕੋ ਪੁਨਰਪ ਜਨਮ ਨਹੀਂ, ਖੇਲ ਗਇਓ ਬੈਰਾਗੀ। ਇਹ ਜੀ 4 ਸ਼ਬਦ ਹੋ ਗਏ। ਹੁਣ 5ਵਾਂ ਸ਼ਬਦ ਪ੍ਰੈਕਟੀਕਲ ਦਾ ਹੈ ਜੀ। ਹੁਣ ਇੱਥੋਂ ਪ੍ਰੈਕਟੀਕਲ ਸ਼ੁਰੂ ਹੋ ਜਾਏਗਾ। ਭਗਤ ਖਜ਼ਾਨਾ ਭਗਤਨ ਕੋ ਦਿਆ। ਬਿਲਕੁਲ, ਭਗਤ ਖਜ਼ਾਨਾ ਭਗਤਨ ਕੋ ਦਿਆ। ਇਹ ਪ੍ਰੈਕਟੀਕਲ ਵਾਸਤੇ ਜਿਹੜਾ ਹੈਗਾ ਕਬੀਰ ਜੀ ਹੈਗੇ ਜੀ, ਪ੍ਰੈਕਟੀਕਲ ਕਰਵਾਉਣ ਵਾਸਤੇ। ਅੰਗ 329 3 to 9। ਔਰ ਇਹ ਜਿਹੜਾ ਨਾ ਆਪਾਂ ਸ਼ਬਦ ਕਰਕੇ ਇਸ ਤੋਂ ਬਾਅਦ ਜਿਹੜਾ ਹੈਗਾ ਬਸ ਪ੍ਰੈਕਟੀਕਲ ਦੇ ਵਿੱਚ ਹੀ ਬੈਠ ਜਾਣਾ। ਬਸ ਮੈਂ ਫਤਿਹ ਵਗੈਰਾ ਸਾਰਾ ਕੁਛ ਇੱਥੇ ਹੀ ਹੋ ਗਈ ਆਪਣੀ ਸਾਰੀ। ਬਸ ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਓ, ਸਗਲ ਤਜੀਨ ਗਗਨ ਦੌਰਾਵੋਂ।
ਕਬੀਰ ਜੀ ਬੋਲ ਰਹੇ ਹੁਣ, ਆਪਾਂ ਨੂੰ ਬੋਲ ਰਹੇ ਆ, ਆਪਾਂ ਨੂੰ ਗਿਆਨ ਦੇ ਰਹੇ ਆ। ਦੇ ਮੁਹਾਰ ਕਹਿੰਦੇ ਦੇਖ ਤੈਨੂੰ ਮੁਹਾਰ ਜਿਹੜਾ ਹੈਗਾ, ਮੁਹਾਰ ਜਿਹੜੀ ਲੋਹੇ ਦੀ ਰਾਡ ਜਿਹੜੀ ਹੁੰਦੀ ਆ, ਜਿਹਦੇ ਲਗਾਮ ਦੋਨੋਂ ਪਾਸੇ ਲੱਗੀ ਹੁੰਦੀ ਹੈ, ਕੰਡਿਆਲੀ ਜਿਹੜੀ ਹੁੰਦੀ ਆ, ਉਹ ਘੋੜੇ ਦੇ ਮੂੰਹ ਦੇ ਦਿੰਦੇ ਆ। ਉਹਦੇ ਨਾਲ ਕੀ ਹੁੰਦਾ, ਘੋੜਾ ਇੱਧਰ ਉੱਧਰ ਮੂੰਹ ਨਹੀਂ ਮਾਰਦਾ। ਚਲੋ ਇੱਧਰ ਉੱਧਰ ਤਾਂ ਨਹੀਂ, ਘੋੜਾ ਬੱਸ 'ਚ ਆ ਜਾਂਦਾ ਹੈ, ਬਸ ਘੋੜਾ ਬੱਸ ਦੇ ਵਿੱਚ ਆ ਜਾਂਦਾ, ਕੰਟਰੋਲ 'ਚ ਆ ਜਾਂਦਾ ਹੈ। ਇਹ ਮਨ ਰੂਪੀ ਘੋੜਾ ਆ, ਇਹਨੂੰ ਲਗਾਮ ਪਾਉਣੀ ਹੈ, ਇਹਦੇ ਤੋਂ ਪ੍ਰੈਕਟੀਕਲ ਕਰਵਾਉਣਾ ਹੈ। ਨਹੀਂ ਤਾਂ ਇਹ ਸੁਰਤ ਦੇ ਨਾਲ ਜਿਹੜਾ ਹੈ ਘੁੰਮਿਆ ਫਿਰਦਾ ਹੈ ਬਾਹਰ। ਇਹਨੂੰ ਲਗਾਮ ਚਾਹੀਦੀ ਹੈ, ਮਨ ਨੂੰ ਲਗਾਮ ਪਾਉਣੀ ਹੈ ਸਭ ਤੋਂ ਪਹਿਲਾਂ। ਆਹੀ ਪ੍ਰੈਕਟੀਕਲ ਕਰਨਾ ਹੈ, ਮਨ ਨੂੰ ਲਗਾਮ ਪਾਉਣੀ ਹੈ। ਦੇ ਮੁਹਾਰ ਲਗਾਮ ਪਹਿਰਾਵੋਂ, ਕਾਹਦੇ ਵਾਸਤੇ? ਕਹਿੰਦੇ ਤੈਨੂੰ ਮੈਂ ਸੁੰਨ ਮੰਡਲ ਦੇ ਵਿੱਚ ਲੈ ਕੇ ਜਾਣਾ ਹੈ, ਤੈਨੂੰ ਮੈਂ ਮਾਲਕ ਪਰਮਾਤਮਾ ਦੇ ਦਰਸ਼ਨ ਕਰਾਉਣੇ ਆ, ਤੈਨੂੰ ਮੈਂ ਤੇਰੀ ਆਤਮਾ ਦੇ ਦਰਸ਼ਨ ਕਰਾਉਣੇ ਆ। ਤਾਂ ਮੈਂ ਤੈਨੂੰ ਇਹ ਪ੍ਰੈਕਟੀਕਲ ਕਰਨ ਵਾਸਤੇ ਕਹਿ ਰਿਹਾ ਹਾਂ। ਹੇ ਮੇਰੇ ਮਨਾ, ਤਾਂ ਮੈਂ ਕਹਿ ਰਿਹਾ ਹਾਂ। ਦੇ ਮੁਹਾਰ ਲਗਾਮ ਪਹਿਰਾਵੋਂ, ਸਗਲ ਤਜੀਨ ਗਗਨ ਦੌਰਾਵੋਂ। ਦੇਖ ਸਾਰਾ ਜੋ ਸ੍ਰਿਸ਼ਟੀ ਹੈਗੀ, ਜੋ ਵੀ ਆਕਾਰ ਹੈਗਾ, ਇਹਨੂੰ ਤਜ ਦੇ। ਸਗਲ ਤਜੀਨ, ਇਹਨੂੰ ਤਜ ਦੇ ਸਾਰੇ ਨੂੰ। ਇਹ ਜਿਹੜੀ ਹੈਗੀ ਇਹ ਝੂਠ ਹੈ, ਫੈਬਰੀਕੇਟਡ ਹੈਗੀ ਆ। ਆਪਣੀ ਸੁਰਤ ਨੂੰ ਇਹ ਵਿਚਾਰਾਂ ਤੋਂ ਉੱਪਰ ਉਠਾ, ਗਗਨ ਦੇ ਵਿੱਚ ਲੈ ਕੇ ਜਾ, ਗਗਨ ਮੰਡਲ ਦੇ ਵਿੱਚ ਲੈ ਕੇ ਜਾ, ਵਿਚਾਰ ਮੰਡਲ ਤੋਂ ਉੱਪਰ। ਦੇ ਮੁਹਾਰ ਲਗਾਮ ਪਹਿਰਾਵੋਂ, ਸਗਲ ਤਜੀਨ ਗगन दौरावों। देह मुहार लगाम पहरावों, सगल तजीन गगन दौरावों। अपने विचार असवारी की जय। ਵਿਚਾਰਾਂ ਦੇ ਉੱਤੇ ਸਵਾਰੀ ਕਰ, ਵਿਚਾਰਾਂ ਨੂੰ ਆਪਣੇ ਉੱਤੇ ਨਾ ਸਵਾਰ ਹੋਣ ਦੇ, ਆਪਣੀ ਸੁਰਤ ਵਿਚਾਰਾਂ ਦੇ ਵਿੱਚ ਨਾ ਲੈ ਕੇ ਜਾ, ਸੁਰਤ ਨੂੰ ਕੱਢ। ਆਪਣੇ ਵਿਚਾਰ ਅਸਵਾਰੀ ਕੀਜੈ, ਸਹਿਜ ਕੈ ਪਾਵੜੇ ਪਗ ਧਰੇ ਲੀਜੈ ਰਹਾਓ। ਸਹਿਜ ਦੇ ਵਿੱਚ ਜਾ, ਸਹਿਜ ਦੇ ਵਿੱਚ ਜਾ, ਤਾਂ ਜਿਹੜਾ ਹੈਗਾ ਇਹ ਪੈਰ ਧਰੇਗਾ ਸਹਿਜ ਦੇ ਨਾਲ, ਤੇ ਤਾਂ ਜਿਹੜਾ ਹੈਗਾ ਇਹ ਵਿਚਾਰਾਂ ਦੇ ਉੱਤੇ ਸਵਾਰੀ ਕਰ ਪਾਏਗਾ। ਸਹਿਜ ਕੇ ਪਾਵੜੇ, ਪਾਵੜੇ ਕਹਿੰਦੇ ਆ ਜਿਹੜੇ ਉਹ ਜਿੱਥੇ ਪੈਰ ਰੱਖ ਕੇ ਜਿਹੜਾ ਹੈਗਾ ਘੋੜੇ ਤੇ ਚੜ੍ਹਦੇ ਆ। ਸਹਿਜ ਕੇ ਪਾਵੜੇ ਪਗ ਧਰੇ ਲੀਜੈ, ਤਾਂ ਇਹ ਮਨ ਘੋੜੇ ਨੇ ਸਵਾਰ ਹੋਣ ਦੇਣਾ ਹੈ, ਤਾਂ ਇਹਦੇ ਵਿਚਾਰ ਬੰਦ ਹੋਣੇ। ਆਪਣੇ ਵਿਚਾਰ ਅਸਵਾਰੀ ਕੀਜੇ, ਕਹਿੰਦੇ ਵਿਚਾਰਾਂ ਦੇ ਇੱਕ ਆਹ ਭਗਤੀ ਹੈਗੀ, ਆਹ ਪ੍ਰੈਕਟੀਕਲ ਹੈਗਾ, ਆਹ ਪ੍ਰੈਕਟੀਕਲ ਹੈਗਾ। ਆਪਣੇ ਵਿਚਾਰ ਅਸਵਾਰੀ ਕੀਜੇ, ਆਹ ਪ੍ਰੈਕਟੀਕਲ ਕਦੋਂ ਕਰੇਗਾ? ਆਹ ਪ੍ਰੈਕਟੀਕਲ ਕਰ। ਆਪਣੇ ਵਿਚਾਰ ਅਸਵਾਰੀ ਕੀਜੇ, ਸਹਿਜ ਕੇ ਪਾਵੜੇ ਪਗ ਧਰੇ ਲੀਜੈ। ਚੱਲ ਰੇ ਬੈਕੁੰਠ ਤੁਝੇ ਲੈ ਤਾਰੋ, ਆ ਮੈਂ ਤੈਨੂੰ ਸੁੰਨ ਮੰਡਲ ਚ ਲੈ ਕੇ ਜਾਵਾਂ, ਆ ਮੈਂ ਤੈਨੂੰ ਮਾਲਕ ਦੇ ਦੇਸ਼ 'ਚ ਲੈ ਕੇ ਜਾਵਾਂ, ਆ ਮੈਂ ਤੇਰੀ ਆਤਮਾ ਨਾਲ ਮਿਲਾਵਾਂ ਤੈਨੂੰ, ਆ ਮੈਂ ਤੈਨੂੰ ਦੱਸਾਂ ਤੂੰ ਕੌਣ ਆ। ਚੱਲ ਰੇ, ਆ ਮੇਰੇ ਨਾਲ, ਚੱਲ ਰੇ, ਚੱਲ ਰੇ ਬੈਕੁੰਠ ਤੁਝੇ ਲੈ ਤਾਰੋਂ। ਹਿੰਚੇ ਦਾ ਪ੍ਰੇਮ ਕੇ ਚਾਬੁਕ ਮਾਰੋ। ਜੇ ਤੁਹਾਡੀ ਕਰੇਗਾ ਨਾ ਤੇ ਮੈਂ ਪਿਆਰ ਦੇ ਨਾਲ ਤੈਨੂੰ ਜਿਹੜਾ ਹੈਗਾ ਮਨਾਉਂਗਾ, ਪਿਆਰ ਦੇ ਨਾਲ ਮਨਾਉਂਗਾ। ਮੇਰੇ ਗੁਰੂ ਦੀ ਜਿਹੜੀ ਹੈਗੀ ਮੱਤ ਆ ਮੇਰੇ ਕੋਲ, ਮੈਂ ਗਿਆਨ ਦਊਂਗਾ ਤੈਨੂੰ, ਗਿਆਨ ਦੇ ਕੇ, ਗਿਆਨ ਦੇ ਕੇ ਤੈਨੂੰ ਸਮਝਾਉਂਗਾ ਵੀ ਆਹ ਕੰਮ ਕਰਨ ਵਾਲਾ ਹੈ। ਹਿੰਚੇ ਦਾ ਪ੍ਰੇਮ ਕੇ ਚਾਬੁਕ ਮਾਰੋ, ਮਾਲਕ ਦੇ ਨਾਲ ਪਿਆਰ, ਮਾਲਕ ਦੇ ਪ੍ਰੇਮ ਦਾ ਚਾਬੁਕ ਮਾਰੂੰਗਾ। ਚੱਲ ਰੇ ਬੈਕੁੰਠ ਤੁਝੇ ਲੈ ਤਾਰੋਂ, ਹਿੰਚੇ ਤਾਂ ਪ੍ਰੇਮ ਕੇ ਚਾਬੁਕ ਮਾਰੋ, ਪ੍ਰੇਮ ਕੈ ਚਾਬੁਕ ਮਾਰੋ। ਕਹਿਤ ਕਬੀਰ ਭਲੇ ਅਸਵਾਰਾ, ਕਹਿੰਦੇ ਭਲਾ ਹੈ ਅਸਵਾਰ
ਜਿਹਨੇ ਆਪਣੇ ਮਨ ਤੇ ਆਪਣੇ ਵਿਚਾਰਾਂ ਦੇ ਉੱਤੇ ਚੜ ਗਿਆ, ਜਿਹੜਾ ਸਵਾਰੀ ਕਰ ਲਈ ਵਿਚਾਰਾਂ ਦੇ ਉੱਤੇ, ਵਿਚਾਰਾਂ ਤੇ ਸਵਾਰੀ ਕਰ ਲਈ ਤੇ ਚੱਲ ਪਿਆ ਘੋੜਾ, ਸੁਰਤ ਚੱਲ ਪਈ ਬੈਕੁੰਠ ਵੱਲ ਨੂੰ। ਕਹਿਤ ਕਬੀਰ ਭਲੇ ਅਸਵਾਰਾ, ਵੇਦ ਕਤੇਬ ਤੇ ਰਹੇ ਨਿਰਾਰਾ। ਕਹਿੰਦੇ ਕੱਲਾ ਗਿਆਨ, ਕਹਿੰਦੇ ਹੁਣ ਗਿਆਨ ਤੋਂ ਪਾਸੇ ਹੋ ਜਾ ਪਿਆਰਿਆ, ਹੁਣ ਪ੍ਰੈਕਟੀਕਲ ਕਰ, ਗਿਆਨ ਦੇ ਵੀ ਵਿਚਾਰ ਨਾ ਲੈ ਹੁਣ। मैंने भी आवाज मैं क्या करे।